बहुत बहुत स्वागत है जी। मैं हाँ हरजोत कौर, ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਕਈ ਤਰ੍ਹਾਂ ਦੀ ਪ੍ਰੋਫਾਈਲਸ ਹੁੰਦੀਆਂ ਸਟੂਡੈਂਟਸ ਦੀਆਂ, ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਹਮੇਸ਼ਾ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੱਲ ਆਪਾਂ ਸ਼ੁਰੂਆਤ ਵਿੱਚ ਆਸਟ੍ਰੇਲੀਆ ਦੀ ਜ਼ਰੂਰ ਕਰਾਂਗੇ। ਜੁਲਾਈ ਇਨਟੇਕ ਬਾਰੇ ਹੁਣ ਕੀ ਮਾਹੌਲ ਹੈ, ਕੀ ਸਟੂਡੈਂਟਸ ਲਈ ਹਲੇ ਵੀ ਕੋਈ ਗੁੰਜਾਇਸ਼ ਹੈ ਜਾਂ ਫਿਰ ਸਿਰਫ ਨਵੰਬਰ ਇਨਟੇਕ ਤੇ ਹੀ ਫੋਕਸ ਕਰਨਾ ਚਾਹੀਦਾ ਹੈ। ਹੋਰ ਵੀ ਕਈ ਤਰ੍ਹਾਂ ਦੀ ਪ੍ਰੋਫਾਈਲ ਜਿਵੇਂ ਸਾਡੇ ਕੋਲ ਆਉਂਦੀਆਂ, ਉਹ ਸਾਰੇ ਸਵਾਲ ਤੁਹਾਡੇ ਨਾਲ ਅੱਜ ਅਸੀਂ ਉਹਨਾਂ ਦੇ ਜਵਾਬ ਪਹੁੰਚਾਵਾਂਗੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਓਮ ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰਿੱਕੀ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਅਰਸ ਨੂੰ ਤੇ ਮੇਰੇ ਤਾਂ ਟੀਮ ਓਮ ਗਲੋਬਲ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ। ਤੇ ਸਭ ਤੋਂ ਪਹਿਲਾਂ ਹੁਣ ਮੈਂ ਇਹੀ ਜਾਣਨਾ ਚਾਹੂੰਗੀ ਤੁਹਾਡੇ ਤੋਂ ਕਿ ਜੁਲਾਈ ਇਨਟੇਕ ਨੂੰ ਲੈ ਕੇ ਹੁਣ ਕੀ ਸੀਨ ਹੈ, ਕੀ ਹਲੇ ਗੁੰਜਾਇਸ਼ ਬਚੀ ਹੈ ਜਾਂ ਫਿਰ 22 ਪਾਸਵਰਡ ਵਾਲਿਆਂ ਲਈ ਆਪਸ਼ਨ ਜੁਲਾਈ ਦੀ ਖਤਮ ਹੋ ਚੁੱਕੀ ਹੈ ਤੇ ਹੁਣ ਸਿਰਫ ਔਰ ਸਿਰਫ ਨਵੰਬਰ ਇਨਟੇਕ ਰਹਿ ਗਿਆ ਹੈ 23 ਪਾਸਵਰਡ ਲਈ। ਦੇਖੋ ਜੀ, ਸੱਚ ਦੇ ਅਕੋਰਡਿੰਗ ਚੱਲਿਆ ਜਾਏ ਤਾਂ ਜਦੋਂ ਹੁਣ ਐਪਲੀਕੇਸ਼ਨਸ ਐਕਸੈਪਟ ਹੋਣੀਆਂ, ਐਪਲੀਕੇਸ਼ਨ ਯੂਨੀਵਰਸਿਟੀਜ਼ ਲੈ ਜ਼ਰੂਰ ਰਹੀਆਂ। 4 to 6 ਵੀਕ ਸਟੈਂਡਰਡ ਟਾਈਮ ਹੈਗਾ ਚੰਗੀ ਯੂਨੀਵਰਸਿਟੀ ਦਾ। ਬਟ ਜਦੋਂ ਗੱਲ ਕਰਾਂਗੇ GT ਪ੍ਰੋਸੈਸਿੰਗ ਦੀ, ਜਦ ਤੱਕ ਤੁਹਾਡੀ GT ਅਪਰੂਵ ਹੋਣੀ ਹੈ ਜਾਂ ਜਦ ਤੱਕ ਤੁਸੀਂ ਫੀਸਿਸ ਦੇ ਉੱਪਰ ਜਾਓਗੇ, ਪੌਪਅਪ ਆ ਜਾਏਗਾ ਜੀ ਯੂਨੀਵਰਸਿਟੀ ਵੱਲੋਂ ਕਿ 2022 ਐਪਲੀਕੇਸ਼ਨਸ ਲੈਣੀਆਂ ਬੰਦ ਕਰ ਦਿੱਤੀਆਂ। ਹਜੇ ਵੀ ਕਾਫੀ ਟਾਈਮ ਤੱਕ ਐਪਲੀਕੇਸ਼ਨ ਨਿਕਲ ਗਈ ਹੈ ਕਿਉਂਕਿ 12th ਵਾਲੇ ਬੱਚਿਆਂ ਦਾ ਕਾਫੀ ਹੱਦ ਤੱਕ ਰਿਜ਼ਲਟ ਜਿਹੜਾ ਹੈ ਉਹ ਪੋਸਟਪੋਨ ਹੋ ਗਿਆ ਸੀਗਾ। ਅੱਗੇ ਐਗਜ਼ਾਮ ਜਿਹੜੇ ਹੋਏ ਆ ਉਹਦੇ ਕਰਕੇ 22 ਚੱਲ ਗਿਆ, ਅਦਰਵਾਈਜ਼ ਚੱਲਣਾ ਨਹੀਂ ਸੀਗਾ। ਆਫਰ ਜ਼ਰੂਰ ਪ੍ਰੋਸੈਸ ਕਰ ਸਕਦੇ ਹੋ, ਕਿਸੇ ਵੀ ਏਜੰਟ ਨੇ ਤੁਹਾਨੂੰ ਹਾਂ ਕਰ ਦੇਣੀ ਹੈ ਆਫਰ ਪ੍ਰੋਸੈਸ ਕਰਨ ਦੇ ਲਈ। ਬਟ ਜਦੋਂ ਗੱਲ ਆਣੀ ਹੈ GT ਅਪਰੂਵ ਹੋਣ ਦੀ ਜਾਂ ਫੀਸ ਟ੍ਰਾਂਸਫਰ ਕਰਨ ਦੀ, ਉਦੋਂ ਤੱਕ ਯੂਨੀਵਰਸਿਟੀਜ਼ ਨੇ ਆਲਮੋਸਟ ਸਾਰਾ ਕੁਝ ਹੀ ਕਲੋਜ਼ ਕਰ ਦੇਣਾ। ਕਈ ਇੰਸਟੀਟਿਊਟ ਹੈ ਜਿਨ੍ਹਾਂ ਦਾ GT ਪ੍ਰੋਸੈਸ ਥੋੜਾ ਜਿਹਾ ਸਟ੍ਰੀਮਲਾਈਨ ਹੈ, ਕਾਫੀ ਜਲਦੀ ਹੈ, ਵਿਦਿਨ ਫਿਊ ਵੀਕਸ ਹੋ ਜਾਂਦਾ, ਉਹਨਾਂ ਦੇ ਵਿੱਚ ਐਪਲੀਕੇਸ਼ਨਸ ਹੋਣਗੀਆਂ। ਅਦਰਵਾਈਜ਼ ਯੂਨੀਵਰਸਿਟੀਜ਼ ਨੇ ਨਾ ਕਰ ਦੇਣੀ ਹੈ, ਸੋ ਉਹ ਸਟੂਡੈਂਟ ਨਵੰਬਰ ਇਨਟੇਕ ਦੇ ਲਈ ਐਪਲੀਕੇਸ਼ਨ ਹੀ ਪ੍ਰੋਸੈਸ ਕਰਨਗੇ। ਅਦਰਵਾਈਜ਼ ਇਸ ਟਾਈਮ +2 ਵਾਲਾ ਬੱਚਾ 2022 ਕਲੋਜ਼ ਹੋ ਜਾਏਗਾ ਜੀ। ਬੜੇ ਲਿਮਿਟਿਡ ਆਪਸ਼ਨਸ ਆ ਜਿਹੜੇ ਹਜੇ ਵੀ +2 2022 ਹੈ, ਕਿਸੇ ਕੰਟਰੀ ਤੋਂ ਰਿਫਿਊਜ਼ ਹੋਏ ਆ ਜਾਂ ਫਿਰ ਟੈਸਟ ਦੇ ਵਿੱਚ ਸਕੋਰ ਨਾ ਆਉਣ ਕਰਕੇ ਲੇਟ ਹੋ ਗਏ ਆ। ਸੋ ਬਿਲਕੁਲ ਵੀ ਟਾਈਮ ਨਹੀਂ ਹੈ, ਕੋਈ ਆਪਸ਼ਨਸ ਖਾਸ ਨਹੀਂ ਹੋਣਗੀਆਂ ਬੱਚਿਆਂ ਦੇ ਲਈ। ਸੋ ਇਹ ਹੈ ਕਿ ਫਸਟ ਕਮ ਫਸਟ ਸਰਵ ਵਾਲਾ ਕੰਮ ਹੋ ਜਾਏਗਾ। ਜਲਦੀ ਤੋਂ ਜਲਦੀ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ, ਬਟ ਐਪਲੀਕੇਸ਼ਨ ਉਹਦੀ ਪ੍ਰੋਸੈਸ ਹੋਏਗੀ ਜਿਹਦੇ ਕੋਲ ਡਾਕੂਮੈਂਟੇਸ਼ਨ ਆਲਰੇਡੀ ਸਾਰਾ ਕੁਝ ਹੀ ਰੈਡੀ ਹੈ। ਸੋ ਅਦਰਵਾਈਜ਼ 2022 ਪਾਸ ਆਊਟ ਜਿਹੜੇ ਹੈਗੇ ਆ ਇਹਨਾਂ ਦੀ GT ਪ੍ਰੋਸੈਸ ਨਹੀਂ ਹੋਏਗੀ। ਸੋ ਕਾਫੀ ਯੂਨੀਵਰਸਿਟੀਜ਼ ਦੇ ਕ੍ਰਾਈਟੇਰੀਆ ਚੇਂਜ ਹੋ ਜਾਏਗਾ, ਐਪਲੀਕੇਸ਼ਨ ਨਹੀਂ ਪ੍ਰੋਸੈਸ ਹੋ ਪਾਣਗੀਆਂ। 6 ਈਚ ਵਾਲਾ ਐਪਲੀਕੈਂਟ ਜਿਹੜਾ ਉਹ ਸ਼ਿਫਟ ਕਰੇ ਕੈਨੇਡਾ ਲਈ, ਜਾਂ ਫਿਰ ਜਿਹਦੇ 2 ਚ 5.5 ਜਾਂ US ਜਾਂ UK ਦੇ ਵਿੱਚ ਕਰ ਸਕਦਾ। ਸੋ ਆਸਟ੍ਰੇਲੀਆ ਲਈ ਮੈਂ ਤਾਂ ਮਨਾ ਕਰੂੰਗਾ ਜੀ ਉਹ ਐਪਲੀਕੈਂਟਸ ਨਾ ਕਰਨ। ਜੀ ਬਿਲਕੁਲ। ਤੇ ਤੁਸੀਂ ਜ਼ਰੂਰ ਇਹਨਾਂ ਗੱਲਾਂ ਦਾ ਦੇਖੋ ਧਿਆਨ ਰੱਖਣਾ ਤਾਂ ਕਿ ਤੁਸੀਂ ਅੱਗੋਂ ਆਪਣੀ ਪ੍ਰੋਫਾਈਲ ਨੂੰ ਖਰਾਬ ਨਾ ਕਰੋ। ਅਪਲਾਈ ਕਰੋਗੇ, ਰਿਜ਼ਲਟਸ ਪੋਜ਼ਿਟਿਵ ਅਗਰ ਨਹੀਂ ਆਉਂਦੇ ਨੇ ਤਾਂ ਤੁਹਾਡਾ ਟਾਈਮ ਵੀ ਖਰਾਬ ਹੁੰਦਾ ਹੈ, ਪੈਸੇ ਵੀ ਖਰਾਬ ਹੁੰਦੇ ਨੇ। ਸੋ ਟਾਈਮਲੀ ਉਸ ਆਪਸ਼ਨ ਤੇ ਤੁਸੀਂ ਜ਼ਰੂਰ ਫੋਕਸ ਕਰੋ ਜਿੱਥੇ ਤੁਸੀਂ ਐਲੀਜੀਬਲ ਹੋ। ਅੱਗੋਂ ਆਪਾਂ ਗੱਲ ਕਰ ਲਈਏ, ਫਿਲਹਾਲ ਇੱਕ ਪੁਆਇੰਟ GT ਦਾ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ। ਕਈ ਸਟੂਡੈਂਟਸ ਦਾ ਸਾਡੇ ਕੋਲ ਸਵਾਲ ਹੈ ਜੀ, ਬਹੁਤ ਟਾਈਮ ਹੋ ਗਿਆ ਅਸੀਂ ਫਾਈਲ ਲਗਾਈ ਹੋਈ ਹੈ, GT ਕਲੀਅਰ ਨਹੀਂ ਹੋ ਰਹੀ, ਕਿੱਥੇ ਕਿਹੜੇ ਪੁਆਇੰਟ ਸੇ ਆ ਕੇ ਮਾਮਲਾ ਫਸਦਾ ਹੈ? ਜੈਨੂਇਨ ਟੈਂਪਰੇਰੀ ਐਂਟਰੈਂਟ ਦੀ ਗੱਲ ਕਰਦੇ ਹਾਂ। ਸਭ ਤੋਂ ਇੰਪੋਰਟੈਂਟ ਤੇ ਕ੍ਰੂਸ਼ੀਅਲ ਪਾਰਟ ਹੈ ਜੀ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਦਾ। ਸੋ ਜਿਹਦੇ ਵਿੱਚ ਇਨਕਮ ਪਲੱਸ ਫਾਈਨੈਂਸ਼ੀਅਲਸ ਜਿਹੜੇ ਆ ਜੀ ਯੂਨੀਵਰਸਿਟੀ ਵੈਰੀਫਾਈ ਕਰਦੀ ਹੈ। ਸੋ ਉਹ ਸਮਝਾਉਣ ਦੀ ਲੋੜ ਹੈ। ਡਾਕੂਮੈਂਟੇਸ਼ਨ ਜਿਹੜੇ ਆ ਫਸਟ ਜਿਹੜੀ ਮੇਜਰ ਚੀਜ਼ਾਂ ਦੇਖਦੇ ਕਲੀਅਰ ਨਹੀਂ ਹੈਗੇ, ਉਹਨਾਂ ਕਾਰਨਾਂ ਕਰਕੇ ਜਿਹੜੀ GT ਡਿਲੇ ਹੁੰਦੀ ਹੈ। ਇਨਕਮ ਪਾਰਟ ਦੀ ਗੱਲ ਕਰੀਏ ਕਿ ਚੰਗੀ ਸਫੀਸ਼ੀਐਂਟ ਇਨਕਮ ਨਹੀਂ ਦਿਖਾ ਪਾਉਂਦੇ ਏਜੰਟ, ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਇਨਕਮ ਦਿਖਾਣੀ ਕਿੰਨੀ ਹੈ ਸਟੂਡੈਂਟ ਦੀ, ਉੱਥੇ ਪ੍ਰੋਬਲਮ ਆਉਂਦੀ ਹੈ। ਜਾਂ ਇਨਕਮ ਪ੍ਰੂਫ ਜਿਹੜੇ ਸਫੀਸ਼ੀਐਂਟ ਨਹੀਂ ਹੈਗੇ ਜਿਹੜੇ ਵੈਰੀਫਾਈ ਕਰਨ ਦੇ ਲਈ। ਡਾਕੂਮੈਂਟੇਸ਼ਨ ਅਗਰ ਤਾਂ ਗਵਰਨਮੈਂਟ ਆ ਜਾਂ ਆਨਲਾਈਨ ਵੈਰੀਫਾਈਡ ਆ ਉਹ ਐਕਸੈਪਟੇਬਲ ਹੈਗੀ ਹੈ, ਉਹਨਾਂ 'ਚ ਐਪਲੀਕੇਸ਼ਨ ਚੱਲਣਗੀਆਂ। ਇਸ ਦੇ ਨਾਲ ਅਗਰ ਆਪਾਂ ਗੱਲ ਕਰਦੇ ਹਾਂ ਗ੍ਰਾਮੀਣ ਬੈਂਕ ਹੋ ਗਏ ਜਾਂ ਸਮਾਲ ਫਾਈਨੈਂਸ ਬੈਂਕ ਹੋ ਗਏ, ਇਹ ਐਕਸੈਪਟੇਬਲ ਨਹੀਂ ਹੈਗੇ। ਤਰੀਕੇ ਦੇ ਨਾਲ ਐਪਲੀਕੇਸ਼ਨ ਜਾਏ, ਡਾਕੂਮੈਂਟੇਸ਼ਨ ਕਲੀਅਰ ਹੋਣ, ਨੋਟਰਾਈਜ਼ ਹੋਣ। ਸੋ ਉਹਨਾਂ ਦੇ ਨਾਲ ਇਨਕਮ ਸਫੀਸ਼ੀਐਂਟ ਹੋਣੀ ਚਾਹੀਦੀ ਹੈ ਤੇ ਇਨਕਮ ਦੇ ਪ੍ਰੂਫ ਜਿਹੜੇ ਜੈਨੂਇਨ ਵੈਰੀਫਾਈਡ ਹੋਣੇ ਚਾਹੀਦੇ ਆ ਤੇ ਨਾਲ ਜਿਹੜੇ ਤੁਹਾਡੇ ਫਾਈਨੈਂਸ਼ੀਅਲਸ ਹੈ ਬੜੀ ਵਧੀਆ ਫਾਰਮ ਦੇ ਵਿੱਚ ਹੋਣੇ ਚਾਹੀਦੇ ਆ। ਸੋ ਉਹ ਇਹ ਜਿਹੜੇ ਛੋਟੇ ਛੋਟੇ ਕਾਰਨ ਹੈ ਜਿਹੜੇ ਆਪਾਂ ਅਗਰ ਇਹਨੂੰ ਧਿਆਨ 'ਚ ਰੱਖ ਕੇ ਐਪਲੀਕੇਸ਼ਨ ਕਰੀਏ ਤਾਂ GT ਕਿਸੇ ਬੱਚੇ ਦੀ ਨਹੀਂ ਰੁਕਦੀ ਜੀ। ਜੀ ਇੱਥੇ ਮੈਂ ਥੋੜਾ ਹੋਰ ਦੇਖੋ, ਸਟੂਡੈਂਟਸ ਦੇ ਕਈ ਸਵਾਲ ਨੇ ਕਿ ਸਾਨੂੰ ਕਿੰਨੀ ਦੇਰ ਵੇਟ ਕਰਨੀ ਚਾਹੀਦੀ ਹੈ ਕਿ ਕਿਉਂਕਿ ਕਈ ਏਜੰਟਸ ਜਾਂ ਕੰਸਲਟੈਂਟ ਸਲਾਹ ਦਿੰਦੇ ਨੇ ਤੁਸੀਂ ਵੇਟ ਕਰੋ, ਕਹਿੰਦੇ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਵੇਟ ਕਰਦੇ। ਐਕਚੁਅਲ ਪ੍ਰੋਸੈਸ ਕਿੰਨੇ ਟਾਈਮ ਦਾ ਆਪਾਂ ਮੈਕਸਿਮਮ ਵੀ ਲੈ ਕੇ ਚੱਲੀਏ, ਕਿੰਨਾ ਟਾਈਮ ਡਿਲੇ ਹੋ ਸਕਦਾ ਹੈ? ਦੇਖੋ ਜੀ, ਹਰ ਇੱਕ ਇੰਸਟੀਟਿਊਟ, ਹਰ ਇੱਕ ਕਾਲਜ, ਹਰ ਇੱਕ ਯੂਨੀਵਰਸਿਟੀ ਦਾ ਆਪਣਾ ਟੈਟ ਹੈ ਜੀ, ਟਰਨ ਅਰਾਊਂਡ ਟਾਈਮ ਹੈ। ਸੋ ਕਈ 4 ਵੀਕਸ ਲੈਂਦੇ ਆ ਜੀ, ਕਈ 6 ਵੀਕਸ ਲੈਂਦੇ ਆ। ਸੋ ਕਈ ਸਪੈਸੀਫਿਕਲੀ ਅਗਰ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਜਿੱਦਾਂ ਯੂਨੀਸਾ ਹੋ ਗਈ ਐਡੀਲੇਡ ਦੇ ਵਿੱਚ, ਫਲਿੰਡਰਸ ਯੂਨੀਵਰਸਿਟੀ ਹੋ ਗਈ, ਸੋ ਇਹ ਥੋੜਾ ਜਿਹਾ ਜ਼ਿਆਦਾ ਟਾਈਮ ਲੈਂਦੇ। ਲੈਟਰੋਪ ਹੋ ਗਿਆ,
ਮੋਨੈਸ਼ ਹੋ ਗਿਆ, ਵੈਸਟਰਨ ਸਿਡਨੀ ਯੂਨੀਵਰਸਿਟੀਜ਼ ਹੋ ਗਈ। ਸੋ ਇਹਨਾਂ ਦੀ GT ਦਾ ਪ੍ਰੋਸੈਸ ਕਾਫੀ ਈਜ਼ੀ ਹੈ, ਜਲਦੀ ਹੋ ਜਾਂਦੀ ਹੈ, ਬਟ ਮੇਰੇ ਹਿਸਾਬ ਨਾਲ 2 ਤੋਂ 2.5 ਮਹੀਨੇ ਸਫੀਸ਼ੀਐਂਟ ਰਹਿਣਗੇ ਜੀ GT ਦੇ, ਅਗਰ ਆਪਾਂ ਲੰਬੇ ਵੀ ਲੈ ਕੇ ਜਾਂਦੇ ਹਾਂ ਨੂੰ। ਸੋ 2 ਤੋਂ 2.5 ਮਹੀਨੇ ਦੇ ਵਿੱਚ GT ਹੋਣੀ ਚਾਹੀਦੀ ਹੈ। ਸੋ ਜਿਹੜੇ ਐਪਲੀਕੈਂਟਸ ਹੈਗੇ ਆ ਜੀ, ਜਿਹੜੇ 4-6 ਮਹੀਨੇ ਹੋ ਚੁੱਕੇ ਆ, ਸੋ ਮੇਰੇ ਹਿਸਾਬ ਨਾਲ ਉਹ ਐਪਲੀਕੇਸ਼ਨਸ ਜਿਹੜੇ ਵੀ ਏਜੰਟ ਤੋਂ ਪ੍ਰੋਸੈਸ ਕੀਤੇ ਉਹ ਵਿਡਰੋਲ ਕਰ ਲੈਣ। ਸੋ ਅਗਰ 6 ਮਹੀਨੇ ਵੀ ਲੱਗ ਗਿਆ ਜੀ, ਮੈਨੂੰ ਲੱਗਦਾ ਨਹੀਂ ਉਹ ਵੀਜ਼ਾ ਲੈ ਕੇ ਦੇ ਪਾਣਗੇ। ਜੀ ਬਿਲਕੁਲ, ਦੇਖੋ ਇਹ ਬਹੁਤ ਹੀ ਖਾਸ ਪੁਆਇੰਟ ਹੈ। ਸਟੂਡੈਂਟਸ ਦੇ ਸਾਡੇ ਕੋਲ ਬਹੁਤ ਸਾਰੇ ਸਵਾਲ ਸੀ, ਇਸ ਲਈ ਅਸੀਂ ਇਸ ਦਾ ਸਹੀ ਜਵਾਬ ਤੁਹਾਡੇ ਤੱਕ ਪਹੁੰਚਾਇਆ। ਸੋ ਤੁਸੀਂ ਜ਼ਰੂਰ ਜਿੱਥੇ ਵੀ ਅਗਰ ਫਾਈਲ ਲਗਾਈ ਹੈ, ਡਿਲੇ ਬਹੁਤ ਜ਼ਿਆਦਾ ਹੋ ਚੁੱਕਿਆ, ਤਾਂ ਤੁਸੀਂ ਸਵਾਲ ਕਰ ਸਕਦੇ ਹੋ, ਵਿਡਰੋਲ ਕਰਕੇ ਆਪਣੀ ਫਾਈਲ ਕਿਤੇ ਹੋਰ ਲਈ ਵੀ ਟਾਈਮਲੀ ਅਪਲਾਈ ਕਰ ਸਕਦੇ ਹੋ। ਤੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਆਪਣੇ ਦਰਸ਼ਕਾਂ ਨੂੰ ਕਿ ਤੁਹਾਡਾ ਆਪਣਾ ਕੋਈ ਸਵਾਲ ਹੈ, ਲਗਾਤਾਰ ਅਸੀਂ ਨੰਬਰ ਵੀ ਡਿਸਪਲੇ ਕੀਤਾ ਹੋਇਆ, ਟਾਈਮਲੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਓਮ ਗਲੋਬਲ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ, ਤਾਂ ਕਿ ਸਹੀ ਸਲਾਹ ਦੇ ਨਾਲ ਟਾਈਮਲੀ ਜੈਨੂਇਨ ਵੇ ਦੇ ਨਾਲ ਤੁਸੀਂ ਅਪਲਾਈ ਕਰੋ ਤੇ ਆਪਣਾ ਸਟੱਡੀ ਵੀਜ਼ਾ ਹਾਸਿਲ ਕਰੋ। ਅੱਗੋਂ ਮੈਂ ਗੱਲ ਨਿਊਜ਼ੀਲੈਂਡ ਦੀ ਥੋੜੀ ਜ਼ਰੂਰ ਕਰਨਾ ਚਾਹੂੰਗੀ। ਕੁਐਰੀਜ਼ ਅਸੀਂ ਦੇਖਿਆ ਬਹੁਤ ਜ਼ਿਆਦਾ ਹੁੰਦੀਆਂ, ਪਰ ਉਸਦੇ ਕੰਪੈਰੀਜ਼ਨ 'ਚ ਆਪਾਂ ਫਾਈਲਿੰਗ ਰੇਟ ਦੇਖੀਏ ਤਾਂ ਉਹ ਘੱਟ ਹੁੰਦਾ ਹੈ। ਆਖਿਰ ਕਿਉਂ? ਸਵਾਲ ਤਾਂ ਬਹੁਤ ਨੇ ਨਿਊਜ਼ੀਲੈਂਡ ਨੂੰ ਲੈ ਕੇ, ਪਰ ਅਪਲਾਈ ਜ਼ਿਆਦਾ ਸਟੂਡੈਂਟ ਉੱਧਰ ਨਹੀਂ ਕਰਦਾ। ਸੋ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ। ਆਸਟ੍ਰੇਲੀਆ ਦੇ ਸਿਸਟਰ ਕੰਸਰਨ ਹੈ ਜੀ, ਨਾਲ ਕੰਟਰੀਜ਼ ਹੈਗੀਆਂ ਦੋਨੋਂ। ਸੋ 21% ਆਸਟ੍ਰੇਲੀਆ ਨਹੀਂ ਲੈਂਦਾ, ਨਿਊਜ਼ੀਲੈਂਡ ਲੈ ਲੈਂਦਾ ਜੀ। ਤੁਹਾਡੇ 2 'ਚ 5.5 ਬੈਂਡ ਹੈ, ਨਿਊਜ਼ੀਲੈਂਡ ਐਕਸੈਪਟੇਬਲ ਕਰਦਾ ਜੀ। ਐਪਲੀਕੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਪ੍ਰੋਫਾਈਲ ਨੂੰ ਰਿਲੈਕਸੇਸ਼ਨ ਦਿੰਦਾ ਜੀ ਨਿਊਜ਼ੀਲੈਂਡ। ਸੋ ਅਗਰ ਘੱਟ ਦੀ ਗੱਲ ਕਰਦੇ ਹੋ ਕਿ ਐਪਲੀਕੇਸ਼ਨਸ ਘੱਟ ਲੌਂਚ ਹੋਈਆਂ, ਮੇਜਰ ਕਾਰਨ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਨਿਊਜ਼ੀਲੈਂਡ ਮੰਗਦਾ ਜੀ 6 ਮੰਥ 올ਡ ਫੰਡਸ। ਮੋਸਟ ਆਫ ਦੀ ਐਪਲੀਕੈਂਟਸ ਦੇ ਕੋਲੇ ਫੰਡ ਨਹੀਂ ਅਵੇਲੇਬਲ ਹੁੰਦੇ। 100 ਦੇ ਵਿੱਚੋਂ ਕੋਈ 3 ਜਾਂ 4% ਲੋਕ ਆ ਜਿਨ੍ਹਾਂ ਕੋਲ 6 ਮਹੀਨੇ ਪੁਰਾਣਾ ਪੈਸਾ ਪਿਆ ਹੋਇਆ, ਉਹ ਬੱਚਾ ਸਿਰਫ ਅਪਲਾਈ ਕਰ ਸਕਦਾ। ਅਦਰਵਾਈਜ਼ 97% ਜਿਹੜਾ ਸਟੂਡੈਂਟ ਹੈਗਾ ਉਹਦੇ ਕੋਲ ਫੰਡ ਨਹੀਂ ਹੈਗੇ, ਜਿਹਦੇ ਕਰਕੇ ਐਪਲੀਕੇਸ਼ਨ ਪ੍ਰੋਸੈਸਿੰਗ ਨਹੀਂ ਹੁੰਦੀ। ਸੋ ਇਹ ਮੇਜਰ ਕਾਰਨ ਹੈਗਾ ਕਿ ਨਿਊਜ਼ੀਲੈਂਡ ਦੇ ਵਿੱਚ ਘੱਟ ਰੇਸ਼ੋ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਯਾਨੀ ਜਿਨ੍ਹਾਂ ਦੇ ਫੰਡਸ ਜੋ ਅਰੇਂਜ ਨਹੀਂ ਕਰ ਪਾਉਂਦੇ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਤਾਂ ਕਿ ਪ੍ਰੋਸੈਸ ਵੀ ਸਹੀ ਰਹੇ, ਜੈਨੂਇਨ ਰਹੇ, ਤੇ ਅਗਰ ਉਹ ਪ੍ਰੋਸੈਸ ਸ਼ੁਰੂ ਕਰਦੇ ਨੇ ਤਾਂ ਵੀਜ਼ਾ ਆ ਸਕੇ। ਦੇਖੋ ਜੀ, ਰਿਪਰੈਜ਼ੈਂਟੇਸ਼ਨ ਦੀ ਗੱਲ ਆਉਂਦੀ ਹੈ। ਸੋ ਥੋੜੀ ਜੀ ਏਜੰਟ ਦਾ ਐਕਸਪੀਰੀਅੰਸ ਵੀ ਆ, ਉਹਦੀ ਆਪਣੀ ਸਮਝ ਵੀ ਚਾਹੀਦੀ ਹੈ ਜੀ। ਸੋ ਕਈ ਐਪਲੀਕੈਂਟਸ ਇੱਦਾਂ ਦੇ ਆ ਕਿ ਕੈਨੇਡਾ ਤੇ ਐਪਲੀਕੇਸ਼ਨ ਉਹਨਾਂ ਨੇ ਪ੍ਰੋਸੈਸ ਕੀਤੀ। ਸੋ ਜਨਰਲੀ ਅਗਰ ਆਪਾਂ ਗੱਲ ਕਰਦੇ SDS ਕੈਟੇਗਰੀ ਦੀ, ਚੰਗਾ ਕਾਲਜ ਆ, 6 ਵੀਕਸ ਤੋਂ ਲੈ ਕੇ 8 ਵੀਕਸ ਲੈ ਲੈਂਦਾ ਆਫਰ ਲੈਟਰ ਦੇ ਲਈ। ਦੈਨ ਬੱਚਾ ਫੀਸਿਸ ਕਰਦਾ, ਮੈਡੀਕਲ ਕਰਦਾ, LOA ਆਉਂਦੀ ਹੈ, ਸਬਮਿਸ਼ਨ ਹੁੰਦੀ ਹੈ। ਸੋ ਜਿਹੜੇ ਬੱਚੇ ਕੈਨੇਡਾ ਤੋਂ ਰਿਫਿਊਜ਼ ਹੋ ਗਏ ਆ, ਠੀਕ ਹੈ, ਉਹਨਾਂ ਦੀ ਫੀਸਿਸ ਜਿਹੜੀਆਂ ਵਾਪਸ ਆਉਣੀਆਂ, ਦੈਟ ਮੀਨਸ ਉਹ ਬੰਦੇ ਨੇ ਆਪਣਾ ਪੈਸੇ ਨੂੰ ਇਨਵੈਸਟ ਕੀਤਾ ਕੈਨੇਡਾ ਦੇ ਵਿੱਚ, ਫੀਸ ਗਈ, ਉਹਦੀ GIC ਗਈ, ਠੀਕ ਹੈ। ਉਹ ਜਦੋਂ ਪੈਸਾ ਵਾਪਸ ਆਏਗਾ, ਉਹਦਾ ਸੋਰਸ ਆ ਉਹ 1 ਨੰਬਰ ਦੀ ਪੇਮੈਂਟ ਹੈ ਜਿਹੜੀ ਵਾਪਸ ਆਈ ਹੈ। ਆਫਿਸਰ ਨੂੰ ਵੀ ਪਤਾ ਕਿ ਜੇ 6-8 ਮਹੀਨੇ ਬੱਚੇ ਨੇ ਐਪਲੀਕੇਸ਼ਨ ਦੇ ਲਈ ਲਾਏ ਆ, ਦੈਟ ਮੀਨਸ ਉਹਦੇ ਕੋਲ ਪੈਸਾ ਪਿਆ ਹੋਇਆ ਸੀਗਾ। ਉਹ ਬੱਚੇ ਦਾ ਪੈਸਾ ਰੀਫੰਡ ਆ ਜਾਏਗਾ ਅਕਾਊਂਟ ਦੇ ਵਿੱਚ, ਉਹ ਐਕਸੈਪਟੇਬਲ ਹੈ, ਉਹ ਬੱਚੇ ਨਿਊਜ਼ੀਲੈਂਡ ਦੇ ਲਈ ਐਪਲੀਕੇਸ਼ਨ ਕਰ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਨਵੇਂ ਐਪਲੀਕੈਂਟਸ ਹੈਗੇ ਆ, ਉਹਨਾਂ ਦਾ ਇੱਕ ਤਰੀਕਾ ਹੈ ਕਿ ਲੋਨ ਲੈਟਰ ਦੇ ਥਰੂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ। ਫੀਸਿਸ ਦੇ ਲਈ ਜਿਹੜੇ ਤੁਹਾਡੇ ਕੋਲ ਲੋਨ ਲੈਟਰ ਅਗਰ ਤੁਸੀਂ ਕਿਸੇ ਕੋਲ ਲੈਂਦੇ ਹੋ, ਚਾਹੇ ਉਹ ਲੋਨ ਅਗੇਂਸਟ ਪ੍ਰਾਪਰਟੀ ਹੈ ਜਾਂ ਲੋਨ ਜਿਹੜਾ ਐਜੂਕੇਸ਼ਨ ਹੈਗਾ, ਉਹਦੇ ਬੇਸਿਸ ਤੇ, ਲੋਨ ਲੈਟਰ ਦੇ ਬੇਸਿਸ ਤੇ ਐਪਲੀਕੇਸ਼ਨ ਨੂੰ ਨਿਊਜ਼ੀਲੈਂਡ ਲਈ ਪ੍ਰੋਸੈਸ ਕਰ ਸਕਦੇ ਹੋ। ਸੋ ਇਹ 2 ਤਰੀਕੇ ਆ ਜਿਹੜੇ ਐਕਸੈਪਟੇਬਲ ਹੈਗੇ, ਜਿਨ੍ਹਾਂ ਕੋਲ 6 ਮਹੀਨੇ ਪੁਰਾਣੇ ਫੰਡ ਨਹੀਂ ਹੈਗੇ। ਇਸ ਤਰੀਕੇ ਦੇ ਨਾਲ ਬੱਚਾ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦਾ ਤੇ ਬੜਾ ਸੋਹਣਾ ਵੀਜ਼ਾ ਦਾ ਰਿਜ਼ਲਟ ਜਿਹੜਾ ਇਸ ਟਾਈਮ ਦੇ ਵਿੱਚ ਨਿਊਜ਼ੀਲੈਂਡ ਲਈ ਦੇਖਿਆ ਜਾ ਰਿਹਾ। ਸੋ ਇਹ ਫੰਡਾਂ ਦੇ ਦਿਖਾਉਣ ਦੇ ਨਾਲ ਔਰ ਇਸ ਤਰੀਕੇ ਦੇ ਨਾਲ ਦਿਖਾਉਣ ਦੇ ਨਾਲ ਐਪਲੀਕੇਸ਼ਨ ਨੂੰ ਤੁਸੀਂ ਪ੍ਰੋਸੈਸ ਕਰ ਸਕਦੇ ਹੋ। ਜੀ ਬਿਲਕੁਲ। ਤੇ ਕੁਝ ਸਵਾਲ ਮੈਂ ਲੈਣਾ ਚਾਹੂੰਗੀ ਸ਼ੋਅ ਦੇ ਵਿੱਚ, ਕੋਈ ਬੜੇ ਹੀ ਜਨਰਲ ਸਵਾਲ ਜੋ ਬਹੁਤ ਸਾਰੀ ਪ੍ਰੋਫਾਈਲਸ ਨੂੰ ਲੈ ਕੇ ਹੁੰਦੇ ਨੇ। ਇੱਕ ਤਾਂ ਸਪਾਊਸ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁੰਦੇ ਆ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਥੋੜਾ ਕੈਟਾਗਰੀ ਵਾਈਜ਼, ਪ੍ਰੋਫਾਈਲ ਵਾਈਜ਼ ਕੇ +2 ਪਾਸ ਆਊਟ ਅਗਰ ਸਟੂਡੈਂਟ ਜਾਣਾ ਚਾਹੁੰਦਾ, ਗ੍ਰੈਜੂਏਟ ਜਿਹੜਾ ਸਟੂਡੈਂਟ ਹੈ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ, ਤਾਂ ਕਿੱਥੇ ਕਿਹੜੀ ਬੈਸਟ ਆਪਸ਼ਨਸ ਨੇ ਤਾਂ ਕਿ ਅਪਲਾਈ ਕਰਕੇ ਟਾਈਮ ਵੇਸਟ ਨਾ ਕਰਦੇ ਹੋਏ ਆਪਣਾ ਵੀਜ਼ਾ ਲੈ ਸਕਣ। ਮੇਜਰ ਕੰਟਰੀਜ਼ ਦੀ ਗੱਲ ਕਰੀਏ, ਅੱਜ ਦੀ ਡੇਟ 'ਚ ਹਰ ਇੱਕ ਕੰਟਰੀ ਸਪਾਊਸ ਕੇਸ ਦੇ ਉੱਤੇ ਵੀਜ਼ਾ ਦੇ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਆਲਮੋਸਟ ਸਾਰੇ ਐਪਲੀਕੈਂਟਸ ਪ੍ਰੋਸੈਸ ਕਰਦੇ ਸੀਗੇ, UK ਦੇ ਵਿੱਚ ਕਰਦੇ ਸੀਗੇ, US 'ਚ ਕਰਦੇ ਸੀਗੇ, ਚਾਹੇ ਉਹ ਡਿਪੈਂਡੈਂਟ ਐਪਲੀਕੇਸ਼ਨਸ ਆ ਜਾਂ ਸਪਾਊਸ ਅਗਰ ਨਾਲ ਵੀ ਜਾਂਦਾ, ਥੋੜੀ ਜਿਹੀ ਉਹਦੀ ਕੰਡੀਸ਼ਨਸ ਜ਼ਰੂਰ ਰਹਿੰਦੀਆਂ ਸੀਗੀਆਂ। ਅੱਜ ਦੀ ਡੇਟ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਕੈਨੇਡਾ ਨੇ ਵੀ ਆਫੀਸ਼ੀਅਲੀ ਅਨਾਊਂਸ ਕੀਤਾ ਕੁਝ ਦੇਰ ਤੋਂ। ਸੋ ਅਸੀਂ ਆਲਰੇਡੀ ਇਹਦੇ ਵਿੱਚ ਵੀਜ਼ਾਸ ਗ੍ਰਾਂਟ ਕੀਤੇ ਵੀ। ਅੱਜ ਦੀ ਡੇਟ 'ਚ ਕੀ ਸਮਝਣ ਦੀ ਲੋੜ ਹੈ, ਐਪਲੀਕੇਸ਼ਨ ਕਿਹੜੀ ਐਲੀਜੀਬਲ ਕਿਹੜੀ ਕੰਟਰੀ ਦੇ ਲਈ ਹੈ। ਸਾਰੀ ਕੰਟਰੀਆਂ ਦੇ ਵਿੱਚ ਸਪਾਊਸ ਕੇਸ ਹੁੰਦਾ ਜੀ, ਬਿਲਕੁਲ ਸਪਾਊਸ ਨਾਲ ਜਾ ਸਕਦਾ, ਬਟ ਹਰ ਇੱਕ ਕੰਟਰੀ ਦਾ ਆਪਣਾ ਪੈਰਾਮੀਟਰ, ਆਪਣੀ ਰਿਕੁਆਇਰਮੈਂਟ ਹੈ। ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਉਹਨੂੰ ਦੱਸਿਆ ਜਾਂਦਾ ਕਿ ਇਹ ਪ੍ਰੋਫਾਈਲ ਹੈ, ਇਸ ਕੰਟਰੀ ਸਪਾਊਸ ਹੋਏਗਾ, ਅਗਰ ਇਹ ਪ੍ਰੋਫਾਈਲ ਹੈ ਤਾਂ ਇਸ ਕੰਟਰੀ ਸਪਾਊਸ ਹੋਏਗਾ। ਸੋ ਹਰ ਕੰਟਰੀ ਦੇ ਲਈ ਐਲੀਜੀਬਿਲਟੀ ਹੈਗੀ ਹੈ। ਜੀ ਮੈਂ ਥੋੜਾ ਜਿਹਾ ਜ਼ਰੂਰ ਚਾਹੂੰਗੀ ਕਿ ਥੋੜਾ ਅਗਰ ਆਪਾਂ ਡਿਟੇਲ 'ਚ ਦੱਸਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਅਗਰ ਗ੍ਰੈਜੂਏਟ ਸਟੂਡੈਂਟ ਹੈ, ਉਸਦਾ ਸਪਾਊਸ ਕਈਆਂ ਦਾ +2 ਪਾਸ ਹੁੰਦਾ ਹੈ, ਕਈ ਵਾਰੀ ਗ੍ਰੈਜੂਏਟ ਹੁੰਦਾ, ਉਸ ਦੇ ਅਕੋਰਡਿੰਗਲੀ ਕਿਸ ਤਰ੍ਹਾਂ ਦੀ ਆਪਸ਼ਨਸ ਹੈ।
ਸਪਾਊਸ ਕੇਸਿਸ ਦੇ ਉੱਤੇ ਅਗਰ ਆਪਾਂ ਗੱਲ ਕਰਦੇ ਹਾਂ ਜੀ, ਦੇਖੋ ਹਰ ਇੱਕ ਬੱਚੇ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ। ਸਮ ਟਾਈਮ ਬੱਚੇ ਨੂੰ ਹੁੰਦਾ ਕਿ ਮੇਰਾ ਫੋਕਸ ਹੈ ਕਿ ਮੈਂ ਜਾਣਾ ਤੇ ਜਾਣਾ ਕੈਨੇਡਾ ਹੀ ਜਾਣਾ। ਸਮ ਟਾਈਮ ਬੱਚੇ ਦੀ ਹੁੰਦੀ ਕਿ ਮਜਬੂਰੀ ਹੈ। ਸਮ ਟਾਈਮ ਬੱਚੇ ਨੂੰ ਹੁੰਦਾ ਕਿ ਰਿਲੇਟਿਵ ਉੱਥੇ ਹੈ, ਮੈਂ ਉੱਥੇ ਜਾਊਂਗਾ। ਸੋ +2 ਦੀ ਗੱਲ ਕਰਦੇ ਹਾਂ ਕਿ ਮੇਨ ਐਪਲੀਕੈਂਟ, ਅਗਰ ਬਾਕੀ ਕੰਸਲਟੈਂਟ ਦੀ ਗੱਲ ਕਰਦੇ ਹੋ, ਆਸਟ੍ਰੇਲੀਆ ਦੇ ਵਿੱਚ ਐਪਲੀਕੇਸ਼ਨ ਕਹਿੰਦੇ ਕਿ ਮੇਨ ਐਪਲੀਕੈਂਟ ਅਗਰ ਗ੍ਰੈਜੂਏਟ ਹੈ, ਸਪਾਊਸ ਗ੍ਰੈਜੂਏਟ ਹੈ, ਫਿਰ ਸਪਾਊਸ ਕੇਸ ਹੋਏਗਾ। ਬਟ ਅਗਰ ਤੁਹਾਡਾ ਮੇਨ ਐਪਲੀਕੈਂਟ ਗ੍ਰੈਜੂਏਟ ਹੈ, ਸੋ ਪਹਿਲੀ ਜਿਹੜੀ ਰਿਕੁਆਇਰਮੈਂਟ ਹੈ, ਕਿਸੇ ਵੀ ਕੰਟਰੀ ਦੀ ਸਪਾਊਸ ਕੇਸ ਲਾਣਾ ਚਾਹੁੰਦੇ ਹੋ, ਮੇਨ ਐਪਲੀਕੈਂਟ ਦਾ ਗ੍ਰੈਜੂਏਟ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਡੇਟ ਦੀ ਅਗਰ ਗੱਲ ਕਰਦੇ ਹਾਂ, 17 ਜਾਂ 18 ਸਾਲ ਦੀ ਏਜ ਦੇ ਵਿੱਚ +2 ਬੱਚਾ ਕਰ ਲੈਂਦਾ ਜੀ। 18 ਸਾਲ ਜਿੰਨੇ ਵੀ +2 ਕੀਤੀ, ਉਹਦੇ ਨਾਲ ਹੀ ਵੈਡਿੰਗ ਕਰਾ ਲੇਗਾ, ਉਹ ਸੈਂਸ ਨਹੀਂ ਬਣਦੀ। ਆਫੀਸਰ ਨੂੰ ਵੀ ਸਮਝ ਆਉਂਦੀ ਕਿ ਇੰਨੀ ਤੁਹਾਨੂੰ ਕੀ ਲੋੜ ਪੈ ਗਈ, ਤੁਸੀਂ ਇੱਕ ਤਾਂ ਵਿਆਹ ਕਰਾ ਲਿਆ, ਦੂਜਾ ਨਾਲ ਦੇ ਨਾਲ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ। ਦੈਟ ਮੀਨਸ ਕਿ ਉਹ ਚੀਜ਼ ਜਿਹੜੀ ਅਰੇਂਜ ਹੈ ਤੇ ਆਫੀਸਰ ਉਹਦੇ ਵਿੱਚ ਵੀਜ਼ਾਸ ਗ੍ਰਾਂਟ ਨਹੀਂ ਕਰਦਾ। 20 ਤੋਂ 21 ਸਾਲ ਦੇ ਏਜ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਅਗਰ ਹੋ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਹੈ ਜਾਂ ਤੁਸੀਂ ਕੋਈ ਵੀ ਚੀਜ਼ ਉੱਚ ਫਰਦਰ ਐਜੂਕੇਸ਼ਨ ਕੀਤੀ ਹੈ ਜਾਂ ਐਕਸਪੀਰੀਅੰਸ ਲਿਆ ਜਾਂ ਡਿਪਲੋਮਾ ਕੀਤਾ, ਫਿਰ ਤੁਹਾਡੀ ਵੈਡਿੰਗ ਹੈ ਕਿਤੇ ਨਾ ਕਿਤੇ ਸੈਂਸੇਬਲ ਬਣਦੀ ਹੈ। ਕਿਉਂਕਿ ਅਗਰ ਏਜ ਦੀ ਵੀ ਗੱਲ ਕਰੀਏ, 21 ਅਬਵ ਦੇ ਵਿੱਚ ਜਿਹੜੀ ਹੈ ਇੰਡੀਅਨ ਲਾਅ ਦੇ ਅਕੋਰਡਿੰਗ ਵੀ ਦੇਖਿਆ ਜਾਵੇ ਵੈਡਿੰਗ ਜਿਹੜੀ ਕਰ ਸਕਦੇ ਹੋ। ਸੋ +2 ਵਾਲਾ ਐਪਲੀਕੈਂਟ ਜਿਹੜਾ ਵੀ ਸਪਾਊਸ ਲਾਣਾ ਚਾਹੁੰਦਾ, ਉਹ ਮੈਂ ਹੱਥ ਜੋੜ ਕੇ ਬੇਨਤੀ ਹੀ ਕਰਦਾ ਕਿ ਉਹ ਐਪਲੀਕੇਸ਼ਨ ਨਾ ਪ੍ਰੋਸੈਸ ਕਰੇ, ਕਿਉਂਕਿ ਸਪਾਊਸ ਵੀਜ਼ਾ ਨਹੀਂ ਲੱਗਣਾ। ਜਿਹੜੇ ਵੀ ਏਜੰਟ ਨੇ ਉਸ ਐਪਲੀਕੈਂਟ ਨੂੰ ਹਾਂ ਕੀਤੀ, ਉਹਦਾ ਵੀਜ਼ਾ ਰਿਫਿਊਜ਼ ਹੋਏਗਾ। ਸੋ ਉਹ ਏਜੰਟ ਦੀ ਆਪਣੀ ਠੱਗੀ ਹੈ ਜੀ, ਉਹਦੀ ਆਪਣੀ ਚਾਲ ਹੈ ਬੱਚੇ ਨੂੰ ਫਸਾਉਣ ਦੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਕੋਲੋਂ ਪੈਸਾ ਲੈ ਲਾਂ। ਠੀਕ ਹੈ। ਸੋ ਜਿਹੜੇ ਗ੍ਰੈਜੂਏਟ ਐਪਲੀਕੈਂਟ ਹੈ, ਹਰ ਇੱਕ ਏਜੰਟ ਕਹਿੰਦਾ ਆਸਟ੍ਰੇਲੀਆ ਜਾਣਾ ਜੀ, ਦੋਨੋਂ ਐਪਲੀਕੈਂਟ ਗ੍ਰੈਜੂਏਟ ਹੋਣਗੇ, ਮੈਂ ਤਾਂ ਤੁਹਾਨੂੰ ਸਪਾਊਸ ਲੈ ਕੇ ਦਊਂਗਾ। ਜੇ ਤੁਸੀਂ ਗ੍ਰੈਜੂਏਟ ਹੋ, ਤੁਹਾਡਾ ਸਪਾਊਸ +2 ਹੈ, ਓਮ ਗਲੋਬਲ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਸਪਾਊਸ ਤੇ ਲੈ ਕੇ ਦਊਗਾ। ਸੇਮ ਟਾਈਮ ਤੇ ਦੋਵਾਂ ਨੂੰ ਟਰੈਵਲ ਇਕੱਠਾ ਕਰਾਵਾਂਗੇ ਜੀ। ਸੋ ਮੋਸਟਲੀ ਏਜੰਟ ਕਹਿੰਦਾ ਕਿ ਠੀਕ ਹੈ, ਮੇਨ ਐਪਲੀਕੈਂਟ ਦਾ ਵੀਜ਼ਾ ਗ੍ਰਾਂਟ ਹੋਇਆ 4 ਮਹੀਨੇ ਬਾਅਦ ਭੇਜਾਂਗੇ, ਅਸੀਂ ਇਦਾਂ ਦਾ ਕੁਝ ਨਹੀਂ ਕਰਦੇ, ਇਕੱਠੇ ਭੇਜਾਂਗੇ। ਸੋ ਕਈ ਐਪਲੀਕੈਂਟਸ ਐਸੇ ਹੈ ਜਿਹੜੇ ਬਿਲੋ 12th ਹੈ, ਕੋਈ 10th ਪੜ੍ਹਿਆ, ਕੋਈ ਬਿਲੋ 10th ਹੈ, ਉਹ ਐਪਲੀਕੇਸ਼ਨਸ ਦੇ ਵਿੱਚ ਆਪਾਂ UK ਸਪਾਊਸ ਕਰ ਸਕਦੇ। ਇੱਕ ਐਡਵਾਂਟੇਜ ਹੋਰ ਹੈ, ਸਾਰੀ ਕੰਟਰੀਆਂ ਦੇ ਵਿੱਚ ਮਾਸਟਰਸ ਮਿਲਦੀ ਹੈ ਜੀ 2 ਸਾਲ ਦੀ। ਸਿਰਫ UK ਐਸੀ ਕੰਟਰੀ ਹੈ ਜਿਹੜਾ 1 ਸਾਲ ਦੀ ਮਾਸਟਰਸ ਦਿੰਦਾ। ਉਹਦੇ ਨਾਲ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਕੇ ਤੁਸੀਂ UK ਦੇ ਵਿੱਚ ਸਪਾਊਸ ਵੀਜ਼ਾ ਹਾਸਲ ਕਰ ਸਕਦੇ ਹੋ। ਇਸ ਤੋਂ ਆਲਟਰਨੇਟ ਜਾਂਦੇ ਹਾਂ ਜੀ ਕੈਨੇਡਾ ਵੱਲ। ਕੈਨੇਡਾ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ, ਬਟ ਹੁਣ ਉਹਦੇ 'ਚ ਇੱਕ ਚੀਜ਼ ਜ਼ਰੂਰ ਕਲੀਅਰ ਸੀਗੀ ਕਿ ਬੱਚਾ ਨਾਲ ਜੁਆਇਨ ਕਰ ਸਕਦਾ। ਬਟ ਵੀਜ਼ਾ ਕੈਟੇਗਰੀ 'ਚ ਕਈ ਏਜੰਟ ਨੂੰ ਇਹ ਭੁਲੇਖਾ ਹੈ ਕਿ ਕਿਹਦੇ 'ਚ ਐਪਲੀਕੇਸ਼ਨ ਕਰੀਏ, ਕਿ ਉਹ ਅਸੀਂ ਵਿਜ਼ਿਟਰ 'ਚ ਪਾਈਏ ਵੀਜ਼ਾ ਲੱਗੂਗਾ ਜਾਂ ਓਪਨ ਵਰਕ ਪਰਮਿਟ 'ਚ ਪਾਈਏ ਉਹਦੇ 'ਚ ਵੀਜ਼ਾ ਲੱਗੂਗਾ। ਸੋ ਉਹ ਐਸੇ ਵਿਦਿਆਰਥੀ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸਪਾਊਸ ਵੀਜ਼ਾ ਤੇ, ਓਮ ਗਲੋਬਲ ਟੀਮ ਨਾਲ ਸੰਪਰਕ ਕਰ ਸਕਦੇ ਜੀ, ਅਸੀਂ ਤੁਹਾਡਾ ਸਪਾਊਸ ਵੀਜ਼ਾ ਕੈਨੇਡਾ ਤੇ ਲੈ ਕੇ ਦਾਂਗੇ। ਇਸ ਤੋਂ ਬਾਅਦ ਜਾਂਦੇ ਹਾਂ ਜੀ US ਵੱਲ। US ਥੋੜਾ ਜਿਹਾ ਟ੍ਰਿਕੀ ਚੱਲਦਾ ਜੀ। ਜੇ ਤਾਂ ਸਪਾਊਸ ਨਾਲ ਅਪਲਾਈ ਕਰਨਾ ਚਾਹੁੰਦੇ ਹੋ, ਕੰਡੀਸ਼ਨ ਇਹ ਹੈ ਕਿ ਤੁਹਾਨੂੰ ਪਹਿਲਾਂ ਤਾਂ ਇੰਗਲਿਸ਼ ਆਣੀ ਚਾਹੀਦੀ ਹੈ। ਇਕੱਠੀ ਐਪਲੀਕੇਸ਼ਨ ਕਰਨੀ ਹੈ, ਅਗਰ ਦੋਨਾਂ ਨੂੰ ਇੰਗਲਿਸ਼ ਆਉਂਦੀ ਹੈ, ਮੇਨ ਐਪਲੀਕੈਂਟ ਨਾਲ ਸਪਾਊਸ ਨੂੰ ਵੀ, ਫਿਰ ਉਹ ਨਾਲ ਐਪਲੀਕੇਸ਼ਨ ਕਰ ਸਕਦਾ। ਅਦਰਵਾਈਜ਼ ਮੇਨ ਐਪਲੀਕੈਂਟ ਦਾ ਵੀਜ਼ਾ ਜਦੋਂ ਗ੍ਰਾਂਟ ਹੋ ਜਾਏਗਾ, ਉਸ ਤੋਂ ਬਾਅਦ ਇੰਟਰਵਿਊ ਕਰਦਾ, ਉਹ ਲੈਂਗੁਏਜ ਉਹਦੇ ਲਈ ਆਪਸ਼ਨਲ ਹੋ ਜਾਏਗੀ। ਸੋ ਇਹ ਪੈਰਾਮੀਟਰ ਦੇ ਨਾਲ ਜਿਹੜਾ ਬੱਚਾ ਜਿੱਥੇ ਕੁਆਲੀਫਾਈ ਕਰਦਾ, ਉਹਦੇ ਅਕੋਰਡਿੰਗਲੀ ਸਪਾਊਸ ਕੇਸ ਉਸ ਕੰਟਰੀ ਦੇ ਹਿਸਾਬ ਨਾਲ ਕਰ ਸਕਦਾ ਜੀ। ਇਹ ਪੈਰਾਮੀਟਰਾਂ ਤੇ ਹਰ ਇੱਕ ਕੰਟਰੀ ਸਪਾਊਸ ਵੀਜ਼ਾ ਦਿੰਦੀ ਹੈ ਜੀ। ਬਿਲਕੁਲ। ਸੋ ਦੇਖੋ, ਕਾਫੀ ਡਿਟੇਲ ਵਿੱਚ ਦੱਸਿਆ ਰਿਕੀ ਜੀ ਨੇ ਕਿ ਕਿਸ ਤਰ੍ਹਾਂ ਨਾਲ ਹੁਣ ਤੁਸੀਂ ਇਹ ਦੇਖਣਾ ਕਿ ਤੁਹਾਡੀ ਪ੍ਰੋਫਾਈਲ ਕੀ ਹੈ, ਤੁਹਾਡਾ ਜੋ ਸਪਾਊਸ ਹੈ ਉਹ ਕੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਉਸਦੇ ਅਕੋਰਡਿੰਗਲੀ ਤੁਸੀਂ ਸਹੀ ਆਪਸ਼ਨ ਤੇ ਚੱਲਦੇ ਹੋਏ ਤੁਸੀਂ ਜ਼ਰੂਰ ਟਰਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਅੱਗੋਂ ਆਪਾਂ ਗੱਲ ਥੋੜੀ ਜੀ ਮੈਂ ਕੈਨੇਡਾ ਦੇ ਨॉन SGS ਪ੍ਰੋਫਾਈਲ ਸੇ ਪੁੱਛਣਾ ਚਾਹੂੰਗੀ, ਰਿਜ਼ਲਟਸ ਅੱਜ ਦੇ ਟਾਈਮ ਵਿੱਚ ਕਿਸ ਤਰ੍ਹਾਂ ਦਾ ਰਹਿ ਰਿਹਾ ਹੈ? ਕਿਉਂਕਿ ਬਹੁਤ ਸਾਰੀਆਂ ਮਾਰਕੀਟ ਵਿੱਚ ਖਬਰਾਂ ਨੇ, ਸਟੂਡੈਂਟ ਸਾਨੂੰ ਪੁੱਛਦੇ ਨੇ ਕਿ ਨॉन SGS ਦਾ ਅੱਛਾ ਰਿਸਪੌਂਸ ਨਹੀਂ ਹੈ, ਸਿਰਫ SGS ਵਾਲਿਆਂ ਦਾ ਹੀ ਚੰਗਾ ਰਿਜ਼ਲਟ ਹੈ ਕਿਆ? ਦੇਖੋ ਜੀ, ਵੀਜ਼ਾਸ ਜਿਹੜੇ ਗ੍ਰਾਂਟ ਹੁੰਦੇ ਕਿਸੇ ਕਾਲਜ ਦੇ ਬੇਸ ਤੇ ਨਹੀਂ ਹੁੰਦੇ, ਓਵਰਆਲ ਪ੍ਰੋਫਾਈਲ ਤੇ ਹੁੰਦੇ ਆ। ਡਜ਼ਨਟ ਮੈਟਰ ਉਹ SGS ਹੈ, ਡਜ਼ਨਟ ਮੈਟਰ ਉਹ ਨॉन SGS ਹੈ। ਸੋ ਫਾਈਲ ਦੀ ਰਿਪਰੈਜ਼ੈਂਟੇਸ਼ਨ ਕਿੱਦਾਂ ਦੀ ਹੈ, ਤੁਹਾਡਾ ਕੋਰਸ ਰਿਲੇਵੈਂਟ ਹੈ ਜਾਂ ਨਹੀਂ ਹੈ, ਕੀ ਤੁਸੀਂ ਐਡਮਿਸ਼ਨ ਕ੍ਰਾਈਟੇਰੀਆ ਦੀ ਰਿਕੁਆਇਰਮੈਂਟ ਨੂੰ ਮੀਟ ਕਰਦੇ ਹੋ ਜਾਂ ਨਹੀਂ ਕਰਦੇ। ਸੋ ਇਹ ਬੇਸਿਕ ਚੀਜ਼ਾਂ ਜਿਹੜੀਆਂ ਪਹਿਲਾਂ ਤਾਂ ਦੇਖਣੀਆਂ ਜ਼ਰੂਰੀ ਹੈ। ਇਸ ਤੋਂ ਬਾਅਦ ਤੁਹਾਡੀ ਡਿਟੇਲਡ ਇੱਕ SOP, ਸਟੇਟਮੈਂਟ ਆਫ ਪਰਪਸ, ਕਿ ਤੁਸੀਂ ਕੈਨੇਡਾ ਕਿਉਂ ਜਾਣਾ ਚਾਹੁੰਦੇ ਹੋ, ਇਸ ਕੋਰਸ 'ਚ ਕਿਉਂ ਜਾਣਾ ਚਾਹੁੰਦੇ ਹੋ, ਇਸ ਕਾਲਜ ਜਾਂ ਯੂਨੀਵਰਸਿਟੀ 'ਚ ਕਿਉਂ ਜਾਣਾ ਚਾਹੁੰਦੇ ਹੋ, ਫਿਊਚਰ ਤੁਹਾਡੇ ਪਲਾਨਸ ਕੀ ਹੈਗੇ, ਐਜੂਕੇਸ਼ਨ ਕੰਪਲੀਟ ਕਰਨ ਦਾ ਤੁਹਾਨੂੰ ਬੈਨੀਫਿਟ ਕੀ ਹੋਏਗਾ। ਸੋ ਤਰੀਕੇ ਨਾਲ ਅਗਰ ਉਸ ਐਪਲੀਕੇਸ਼ਨ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਫਿਰ ਚਾਹੇ ਉਹ SGS ਹੈ ਜਾਂ ਨॉन SGS ਹੈ। ਸੋ ਪ੍ਰੋਬਲਮ ਇੱਕ ਇਹ ਆਉਂਦੀ ਕਿ ਨॉन SGS ਐਪਲੀਕੇਸ਼ਨ ਦੀ ਗੱਲ ਕਰਦੇ ਕਿ ਸਾਰੇ ਪਾਸੋਂ ਬੱਚਾ ਵਧੀਆ, ਫੀਸ ਬੱਚਾ ਕਰ ਦੂਗਾ, 6 ਈਚ ਬੈਂਡ ਸਕੋਰ ਹੈਗੇ, GAC ਕਰ ਸਕਦਾ ਬੱਚਾ, ਦੈਨ ਉਹਦੀ ਐਪਲੀਕੇਸ਼ਨ ਤੁਸੀਂ ਪ੍ਰੋਸੈਸ ਕਰਦੇ ਹੋ SGS 'ਚ। ਕਿਤੇ ਪਰਸੈਂਟੇਜ ਘੱਟ ਹੈ ਨॉन SGS, PT ਕੀਤਾ ਨॉन SGS, ਜਾਂ ਬੱਚੇ ਕੋਲ ਕਿਤੇ ਕਮੀ ਰਹਿ ਗਈ ਕਿਸੇ ਚੀਜ਼ 'ਚ, ਉਹ ਨॉन SGS। ਬਟ ਨॉन SGS ਐਪਲੀਕੇਸ਼ਨ ਵੀ ਕੁਆਲੀਫਾਈ ਕਰਦੀ ਹੈ, ਇੱਕ ਸ਼ਰਤ ਇਹ ਹੈ ਕਿ ਉਸ ਨੂੰ ਸਮਝਣ ਦੀ ਲੋੜ ਹੈ ਕਿ ਬੱਚਾ ਕਿਸੇ ਫੈਕਟਰ 'ਚੋਂ ਵੀਕ ਹੈ, ਉਹਨੂੰ ਕਿੱਦਾਂ ਐਪਲੀਕੇਸ਼ਨ ਨੂੰ ਰਿਪਰੈਜ਼ੈਂਟ ਕਰਨਾ ਹੈ। ਐਗਜ਼ਾਮਪਲ ਛੋਟੀ ਜਿਹੀ ਦਿੰਦਾ ਕਿ ਕਾਮਰਸ ਵਾਲਾ ਬੱਚਾ ਹੈ, ਅਕਾਊਂਟੈਂਸੀ ਦੇ ਵਿੱਚ ਉਹਦੇ ਸਕੋਰ ਹੈ ਜਾਂ ਉਹਦੇ ਬਿਜ਼ਨਸ ਦੇ ਵਿੱਚ ਸਕੋਰ ਹੈ,
ਹੁਣ ਦੋ ਚੀਜ਼ਾਂ, ਅਗਰ ਕਿਸੇ ਬੱਚੇ ਦੀ ਅਕਾਊਂਟੈਂਸੀ ਦੇ ਵਿੱਚ ਸਕੋਰ ਘੱਟ ਹੈ ਜੀ। ਸੋ ਉਹਦਾ ਪ੍ਰੋਗਰਾਮ ਅਗਰ ਆਪਾਂ ਬਿਜ਼ਨਸ ਲੈ ਕੇ ਜਾਵਾਂਗੇ, ਕਿਉਂਕਿ ਜਿਹਦੇ ਚ ਸਕੋਰ ਜ਼ਿਆਦਾ ਸਕੋਰ ਕਰ ਗਿਆ, ਬੱਚਾ ਖਿੱਚ ਗਿਆ ਸਕੋਰ, ਉਹਦੇ ਚ ਇਹਦਾ ਵੀਜ਼ਾ ਗ੍ਰਾਂਟ ਹੋਏਗਾ। ਐਗਜ਼ਾਮਪਲ, ਅਕਾਊਂਟੈਂਸੀ ਮੇਰੇ 56 ਹੈ, ਬਿਜ਼ਨਸ ਮੇਰੇ 87 ਹੈ, ਸੋ ਮੈਂ ਪ੍ਰੋਗਰਾਮ ਅਕਾਊਂਟੈਂਸੀ ਲਾਂਗਾ, ਉਹਦੇ ਵਿੱਚ ਵੀਜ਼ਾ ਰਿਫਿਊਜ਼ ਹੋਏਗਾ ਕਿਉਂਕਿ ਉਹ ਸਬਜੈਕਟ ਮੇਰਾ ਵੀਕ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਸਮਝਣ ਦੀ ਲੋੜ ਆ, ਔਰ ਕੋਰਸ ਦੀ ਰੈਲੇਵੈਂਸੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਪਹਿਲਾਂ ਕੀ ਪੜ੍ਹਿਆ, ਕੈਨੇਡਾ ਦੇ ਵਿੱਚ ਮੈਂ ਕੀ ਪੜ੍ਹਨਾ ਚਾਹੁੰਦਾ, ਮੈਂ ਕਿਉਂ ਪੜ੍ਹਨਾ ਚਾਹੁੰਦਾ, ਕੀ ਇਹਦੀ ਪ੍ਰੋਗਰੈਸ਼ਨ ਹੈਗੀ ਹੈ, ਕੀ ਇਹ ਸਪੈਸ਼ਲਾਈਜੇਸ਼ਨ ਹੈਗੀ ਹੈ। ਐਗਜ਼ਾਮਪਲ, ਮੈਂ ਨਾਨ ਮੈਡੀਕਲ ਸਟੂਡੈਂਟ ਆ, ਸਟੈਂਡਰਡ ਪ੍ਰੋਗਰਾਮ ਲੈਣੇ ਮੈਂ ਵੀ ਲੈ ਕੇ ਜਾ ਸਕਦਾ, ਕੰਪਿਊਟਰ ਸਿਸਟਮ ਟੈਕਨੀਸ਼ੀਅਨ, ਕੰਪਿਊਟਰ ਸਿਸਟਮ ਟੈਕਨੋਲੋਜੀ, ਜਾਂ ਮੈਂ ਸਾਈਬਰ ਦੇ ਵਿੱਚ ਜਾਣਾ, ਸੌਫਟਵੇਅਰ ਡਿਵੈਲਪਮੈਂਟ ਦੇ ਵਿੱਚ ਜਾਣਾ। ਸੋ ਇਦਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਸਪੈਸ਼ਲਾਈਜੇਸ਼ਨ ਲੈ ਕੇ ਜਾਓਗੇ, ਕਲੀਅਰ ਕਰੋਗੇ ਕਿ ਮੈਂ ਆਪਣੀ ਕੰਟਰੀ ਤੋਂ ਇਲਾਵਾ ਤੁਹਾਡੀ ਕੰਟਰੀ ਨੂੰ ਕਿਉਂ ਚੁਣਿਆ, ਇਹਦੇ ਕੋਰਸ ਕਿਉਂ ਚੁਣੇ, ਮੈਨੂੰ ਬੈਨੀਫਿਟ ਕੀ ਹੋਊਗਾ, ਅਸੀਂ ਜਿਹੜੀ ਇਨਵੈਸਟਮੈਂਟ ਕੀਤੀ ਹੈ ਪੜ੍ਹਾਈ ਦੇ ਉੱਤੇ ਕੀ ਮੇਰੇ ਲਈ ਲਾਹੇਵੰਦ ਹੈ ਜਾਂ ਨਹੀਂ ਹੈ। ਅਗਰ ਤੁਸੀਂ ਇਹ ਚੀਜ਼ ਦਿਖਾ ਸਕਦੇ ਹੋ ਤਾਂ ਨਾਨ ਐਸਡੀਐਸ 'ਚ ਵੀ ਵੀਜ਼ਾ ਲੈ ਸਕਦੇ ਹੋ। ਜੀ ਬਿਲਕੁਲ। ਸੋ ਗੱਲ ਹੋਈ ਆ ਜਾਂਦੀ ਹੈ ਕੁੱਲ ਮਿਲਾ ਕੇ ਕਿ ਇੱਕ ਚੰਗਾ ਕੰਸਲਟੈਂਟ ਤੁਹਾਡੀ ਪ੍ਰੋਫਾਈਲ ਦੇ ਉੱਪਰ ਵਧੀਆ ਢੰਗ ਨਾਲ ਕੰਮ ਕਰਕੇ ਸਹੀ ਮੈਚ ਕਰਦੇ ਹੋਏ, ਕਿਉਂਕਿ ਕੋਰਸ ਸਿਲੈਕਸ਼ਨ ਬਹੁਤ ਵੱਡਾ ਰੋਲ ਹੈ, ਐਸਓਪੀ ਵੀ ਬਹੁਤ ਅਹਿਮ ਹੁੰਦੀ ਹੈ। ਸੋ ਇਹ ਸਭ ਚੀਜ਼ਾਂ ਤੇ ਕੰਮ ਇੱਕ ਚੰਗਾ ਕੰਸਲਟੈਂਟ ਹੀ ਕਰ ਸਕਦਾ, ਜਿਨ੍ਹਾਂ ਨੂੰ ਤਜਰਬਾ ਹੈ, ਕਈ ਪ੍ਰੋਫਾਈਲਸ ਉੱਪਰ ਉਹ ਕੰਮ ਕਰ ਚੁੱਕੇ ਹੁੰਦੇ ਨੇ। ਸੋ ਜੇਕਰ ਤੁਸੀਂ ਓਮ ਗਲੋਬਲ ਤੋਂ ਹੋਰ ਜਾਣਕਾਰੀ ਆਪਣੀ ਪ੍ਰੋਫਾਈਲ ਨਾਲ ਰਿਲੇਟਡ ਕੁਝ ਪੁੱਛਣਾ ਚਾਹੁੰਦੇ ਹੋ, ਨੰਬਰ ਲਗਾਤਾਰ ਡਿਸਪਲੇ ਹੈ, ਇਸ ਉੱਪਰ ਕਾਲ ਕਰੋ, ਉਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰੋ। ਜੇਕਰ ਇਹਨਾਂ ਦੇ ਆਫਿਸ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਸੈਕਟਰ 17C ਦੇ ਵਿੱਚ ਇਹਨਾਂ ਦਾ ਆਫਿਸ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਪਿਹੋਵਾ ਤੇ ਬਠਿੰਡਾ ਵਿੱਚ ਵੀ ਇਹਨਾਂ ਦੀ ਬ੍ਰਾਂਚਿਸ ਨੇ। ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਟਾਈਮਲੀ ਪਹੁੰਚੋ ਤਾਂ ਕਿ ਅਸੈਸਮੈਂਟ ਹੋ ਸਕੇ, ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾ ਸਕੇ ਤੇ ਤੁਸੀਂ ਰਾਈਟ ਆਪਸ਼ਨਸ ਉੱਪਰ ਚੱਲਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ। ਸੋ ਮੈਂ ਜਿੱਥੇ ਗੱਲ ਡਾਕੂਮੈਂਟਸ ਦੀ ਅਸੈਸਮੈਂਟ ਦੀ ਆਉਂਦੀ ਹੈ ਤਾਂ ਮੈਂ ਇਹ ਰੋਲ ਵੀ ਸਮਝਣਾ ਚਾਹੂੰਗੀ, ਕਿਉਂਕਿ ਸਟੂਡੈਂਟਸ ਕਈ ਵਾਰੀ ਆਪਣੇ ਮਨੋਂ ਹੀ ਆਪਣੀ ਚੋਇਸਿਸ ਬਣਾ ਕੇ ਤੁਰੇ ਹੁੰਦੇ ਨੇ, ਜਾਂ ਪੇਰੈਂਟਸ ਨੇ ਸੋਚਿਆ ਹੁੰਦਾ ਹੈ ਕਿ ਸਾਡੇ ਰਿਸ਼ਤੇਦਾਰ ਉੱਥੇ, ਅਸੀਂ ਉੱਥੇ ਪਹੁੰਚਾਉਣਾ ਬੱਚੇ ਨੂੰ, ਪਰ ਜਦੋਂ ਅਸੈਸਮੈਂਟ ਹੁੰਦੀ ਹੈ ਡਾਕੂਮੈਂਟਸ ਦੀ, ਉਸ ਤੋਂ ਬਾਅਦ ਜਦ ਚੀਜ਼ਾਂ ਚੇਂਜ ਹੁੰਦੀਆਂ ਤਾਂ ਸਟੂਡੈਂਟਸ ਕਿਵੇਂ ਮਨ ਬਣਾ ਪਾਉਂਦੇ ਨੇ ਕਿ ਨਹੀਂ, ਅਸੀਂ ਐਲੀਜੀਬਲ ਤਾਂ ਕਿਤੇ ਹੋਰ ਆ ਪਰ ਅਸੀਂ ਜਾਣਾ ਕਿਤੇ ਹੋਰ ਜਾਂਦੇ ਆ। ਦੇਖੋ ਜੀ, ਇਹ ਓਵਰਆਲ ਪ੍ਰੋਫਾਈਲ ਦੀ ਸਮਝ ਹੈ ਜੀ। ਐਗਜ਼ਾਮਪਲ ਅਗਰ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ, ਠੀਕ ਹੈ, ਸੋ ਜਿਹੜੇ ਤਾਂ ਰੀਜਨ ਇੱਦਾਂ ਦੇ ਹੈ ਜਿਹੜੇ ਆਲਰੇਡੀ ਪੋਪੂਲੇਟਿਡ ਹੈ, ਮੋਸਟਲੀ ਆਂਦਾ ਬੱਚਾ ਭਾਜੀ ਟੋਰਾਂਟੋ ਜਾਣਾ, ਬਰੈਂਪਟਨ ਜਾਣਾ, ਮਿਸੀਸਾਗਾ ਜਾਣਾ, ਜਾਂ ਬੱਚਾ ਕਹਿੰਦਾ ਭਾਜੀ ਓਨਟਾਰੀਓ ਜਾਣਾ। ਓਨਟਾਰੀਓ ਆਲਰੇਡੀ ਫੁੱਲ ਹੈ ਜੀ। ਚੰਗੀ ਕਰੀਮ ਪ੍ਰੋਫਾਈਲਾਂ ਜਿਹੜੀਆਂ ਓਨਟਾਰੀਓ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੁੰਦੀ, ਕਿਤੇ ਨਾ ਕਿਤੇ ਐਪਲੀਕੇਸ਼ਨ ਕੋਈ ਵੀਕ ਹੈ, ਓਨਟਾਰੀਓ 'ਚ ਕਰਨਾ ਉਹ ਟ੍ਰਿਕੀ ਹੋ ਜਾਏਗਾ, ਠੀਕ ਹੈ, ਲੱਗ ਗਿਆ ਓਕੇ, ਅਦਰਵਾਈਜ਼ ਓਕੇ। ਬਟ ਸਟਿਲ ਅਗਰ ਬੱਚਾ ਕਹਿੰਦਾ ਭਾਜੀ ਮੈਂ ਕੈਨੇਡਾ ਜਾਣਾ ਹੈ, ਰਿਸ਼ਤੇਦਾਰ ਕੋ ਤਾਂ ਜਾਓਗੇ ਜੇ ਵੀਜ਼ਾ ਲੱਗੇਗਾ, ਉਸ ਦੇਸ਼ ਦੇ ਵਿੱਚ, ਉਸ ਮੁਲਕ ਦੇ ਵਿੱਚ ਪਹੁੰਚੋਗੇ। ਸੋ ਬੱਚਾ ਕਹਿੰਦਾ ਕਿ ਸਰ ਤੁਸੀਂ ਆਪਣੇ ਅਕੋਰਡਿੰਗਲੀ ਐਪਲੀਕੇਸ਼ਨ ਨੂੰ ਕਰੋ। ਅਗਰ ਗਵਰਨਮੈਂਟ ਦੀ ਜਿਹੜੀ ਇੰਸਟਰਕਸ਼ਨ ਹੈ, ਪੂਰਾ ਕੈਨੇਡਾ, ਅਗਰ ਮੇਰੇ 2-4 ਏਰੀਏ ਜਿਹੜੇ ਡਿਵੈਲਪ ਹੈ, ਮੈਂ ਬਾਕੀਆਂ ਨੂੰ ਵੀ ਕਰਨਾ ਹੈ। ਸੋ ਅਗਰ ਬੱਚਾ ਜਿਹੜੇ ਏਰੀਆ ਡਿਵੈਲਪ ਨਹੀਂ ਹੈਗੇ ਉਹਨੂੰ ਟਾਰਗੇਟ ਕਰਕੇ ਉਧਰ ਜਾਂਦਾ, ਕਿਤੇ ਨਾ ਕਿਤੇ ਉਹ ਏਰੀਆ ਦੇ ਵੀ ਉਹਨੂੰ ਐਡਵਾਂਟੇਜ ਮਿਲਦਾ ਹੈ। ਅਗਰ ਆਪਾਂ ਪੀਆਰ ਦੀ ਵੀ ਗੱਲ ਕਰਦੇ ਹਾਂ, ਕਈ ਵਾਰ ਹੁੰਦਾ ਕਿ ਰੀਜਨਲ ਏਰੀਆ ਦੇ ਵਿੱਚ 10 ਪੁਆਇੰਟ ਐਕਸਟਰਾ ਮਿਲ ਜਾਂਦੇ ਆ, ਉਹ ਇਸੇ ਕਰਕੇ ਮਿਲਦੇ ਆ ਕਿ ਗਵਰਨਮੈਂਟ ਦੀ ਇੰਸਟਰਕਸ਼ਨਸ ਹੈ ਕਿ ਅਸੀਂ ਓਵਰਆਲ ਕੈਨੇਡਾ ਨੂੰ ਜਾਂ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਅਸੀਂ ਓਵਰਆਲ ਨੂੰ ਪੋਪੂਲੇਟਿਡ ਕਰਨਾ ਹੈ। ਸੋ ਮੇਜਰ ਦੇ ਵਿੱਚ ਸਿਰਫ ਕਰੀਮ ਪ੍ਰੋਫਾਈਲਸ ਹੀ ਐਕਸੈਪਟੇਬਲ ਹੋਣਗੇ, ਜਿਹੜੀ ਐਪਲੀਕੇਸ਼ਨ ਥੋੜੀ ਜਿਹੀ ਵੀਕ ਹੈ ਜਾਂ ਜਿਹਦੇ 'ਚ ਕੰਪਲੀਕੇਸ਼ਨਸ ਹੈ, ਥੋੜਾ ਏਰੀਆ ਨੂੰ ਹਟ ਜਾਣ। ਜਦੋਂ ਕੰਟਰੀ ਦੇ ਵਿੱਚ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਆਪਣਾ ਕੋਰਸ ਕਰਕੇ ਫਰਦਰ ਕੋਰਸ ਜਿਹੜਾ ਬੱਚਾ ਚੇਂਜ ਕਰਕੇ ਲੈ ਕੇ ਜਾ ਸਕਦਾ, ਤੇ ਉਹਦੇ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਹੋ। ਅਦਰਵਾਈਜ਼ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਏਗਾ ਜੀ। ਇਨ ਦੀ ਐਂਡ 4-6 ਮਹੀਨੇ ਬਾਅਦ ਤੁਸੀਂ ਉੱਥੇ ਖੜੇ ਹੋ ਜਾਓਗੇ ਜਿੱਥੇ ਤੁਸੀਂ 4-6 ਮਹੀਨੇ ਪਹਿਲਾਂ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਸੀਗਾ। ਜੀ ਬਿਲਕੁਲ। ਇੱਕ ਹੋਰ ਪੁਆਇੰਟ ਦੇਖੋ, ਸਟੂਡੈਂਟਸ ਅਕਸਰ ਇਹ ਵੀ ਹੁੰਦਾ ਹੈ ਕਿ ਅਸੀਂ ਜੇ ਉੱਥੇ ਜਾਈਏ ਜਿੱਥੇ ਕੱਲ ਨੂੰ ਸਾਨੂੰ ਕੰਮ ਦੇ ਮੌਕੇ ਵੀ ਬਹੁਤ ਜ਼ਿਆਦਾ ਹੋਣ, ਅਸੀਂ ਅਰਨਿੰਗ ਵਧੀਆ ਕਰ ਸਕੀਏ। ਸੋ ਉਸਦੇ ਅਕੋਰਡਿੰਗਲੀ ਕੀ ਚੁਆਇਸ ਕਰਨੀ ਚਾਹੀਦੀ ਸਟੂਡੈਂਟ ਨੂੰ? ਕੰਮ ਦੇ ਲਈ ਦੇਖੋ ਜੀ ਕੋਈ ਦਿੱਕਤ ਨਹੀਂ ਆਉਂਦੀ। ਅਗਰ ਆਪਾਂ ਕਿਸੇ ਵੀ ਏਰੀਆ ਦੀ ਗੱਲ ਕਰਦੇ ਹਾਂ, ਐਗਜ਼ਾਮਪਲ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਤੁਸੀਂ ਮੈਲਬਨ ਚਲ ਜਾਓ, ਸਿਡਨੀ ਚਲ ਜਾਓ, ਪਰਥ ਚਲ ਜਾਓ, ਬ੍ਰਿਸਬਨ ਚਲ ਜਾਓ, ਐਡੀਲੇਡ ਚਲ ਜਾਓ, ਡਾਰਵਿਨ ਚਲ ਜਾਓ। ਸੋ ਕਿਤੇ ਹਟਵੇਂ ਜਿਹੜੇ ਏਰੀਆਜ਼ ਪੈ ਜਾਂਦੇ ਆ, ਲਾਈਕ ਤਸਮਾਨੀਆ, ਜੰਗਲ ਏਰੀਆ ਜੀ, ਉਹ ਅਸੀਂ ਖੁਦ ਹੀ ਬੱਚੇ ਨੂੰ ਪ੍ਰੈਫਰ ਨਹੀਂ ਕਰਦੇ ਕਿ ਤੂੰ ਉੱਥੇ ਜਾ। ਸੋ ਅਗਰ ਬੱਚਾ ਜਾਂਦਾ ਵੀ ਹੈ, ਪਹਿਲੇ 4 ਮਹੀਨੇ ਜਿਹੜਾ ਇੱਕ ਸਮੈਸਟਰ ਬੱਚਾ ਪੜ੍ਹ ਕੇ ਉੱਥੇ ਦੈਨ ਚੇਂਜ ਕਰ ਸਕਦਾ, ਕੋਈ ਦਿੱਕਤ ਨਹੀਂ ਹੈ। ਸੋ 4 ਮਹੀਨੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਵੱਡੀ ਡੀਲ ਹੈਗੀ, ਕਿਉਂਕਿ ਜਿੱਥੇ ਓਵਰਆਲ ਉਹਨੇ ਰਹਿਣਾ ਹੈ। ਐਗਜ਼ਾਮਪਲ ਕੋਈ 2 ਸਾਲ ਦੀ ਮਾਸਟਰਸ ਲੈ ਕੇ ਜਾਂਦਾ ਹੈ, 2 ਸਾਲ ਉਹ ਹੋ ਗਏ, ਦੈਨ ਉਹਨੂੰ 5 ਸਾਲ ਦਾ ਵਰਕ ਪਰਮਿਟ ਮਿਲ ਜਾਏਗਾ ਈਜ਼ੀਲੀ, ਠੀਕ ਹੈ। 7 ਸਾਲ ਬੱਚੇ ਦੇ ਕੋਲ ਹੈਗੇ, ਉਹ 4 ਮਹੀਨੇ ਮੈਨੂੰ ਲੱਗਦਾ ਨਹੀਂ ਮੈਟਰ ਕਰੂਗਾ। ਬੱਚੇ ਨੂੰ ਸਮਝਣ ਦੀ ਲੋੜ ਹੈ ਕਿ ਮੇਰੀ ਐਪਲੀਕੇਸ਼ਨ ਕਿੱਥੇ ਐਲੀਜੀਬਲ ਹੈਗੀ ਹੈ, ਉਹਦੇ ਅਕੋਰਡਿੰਗਲੀ ਬੱਚਾ ਸਵਿਚ ਕਰ ਸਕਦਾ ਹੈ। ਬਟ ਅਗਰ ਉਹ ਉਸ ਦਾਇਰੇ ਦੇ ਵਿੱਚ ਜਾਂ ਉਸ ਕਾਨੂੰਨ ਦੀ ਹਦਾਇਤਾਂ ਦੇ ਵਿੱਚ ਰਹਿ ਕੇ ਐਪਲੀਕੇਸ਼ਨ ਨੂੰ ਕਰੂਗਾ, ਦੈਨ ਉਹ ਚੀਜ਼ ਪੋਸੀਬਲ ਹੈਗੀਆਂ। ਅਦਰ ਬੱਚਾ ਜਾਂਦਾ ਹੈ, ਮਨਮਾਨੀ ਕਰਦਾ ਹੈ, ਜਾਂ ਬੱਚਾ ਪਹੁੰਚ ਜਾਂਦਾ ਹੈ
ਐਗਜ਼ਾਮਪਲ ਤਸਮਾਨੀਆ ਬੱਚਾ ਪਹੁੰਚ ਗਿਆ, ਪੜਿਆ ਹੀ ਨਹੀਂ, ਸਵਿਚ ਕਰੇਗਾ ਕਿਤੇ ਹੋਰ ਜਾਏਗਾ, ਉਹਦੀ ਸੀਓਈ ਕੈਂਸਲ ਹੋਏਗੀ। ਦੈਨ ਅੱਜ ਕੱਲ੍ਹ ਕੀ ਹੈਗਾ ਨਵਾਂ ਟ੍ਰੈਂਡ ਜਿਹੜਾ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ, ਯੂਨੀਵਰਸਿਟੀਜ਼ ਜਿਹੜੀਆਂ ਹਾਈ ਕਮਿਸ਼ਨ ਨੂੰ ਇਨਫੋਰਮ ਕਰ ਦਿੰਦੀਆਂ। ਫਸਟ ਉਹ ਸੀਓਈ ਕੈਂਸਲ ਕਰਦੀਆਂ, ਸੈਕਿੰਡ ਚੀਜ਼ ਉਹ ਇਨਫੋਰਮ ਕਰ ਦਿੰਦੇ, ਦੈਨ ਉਹ ਵੀਜ਼ਾ ਤੇ ਇੰਪੈਕਟ ਪੈਂਦਾ ਹੀ ਪੈਂਦਾ। ਅਗਰ ਬੱਚੇ ਨੂੰ ਉਹ ਨੋਟੀਫਿਕੇਸ਼ਨ ਜਾਰੀ ਹੁੰਦਾ, ਬੱਚਾ ਵਾਪਸ ਵੀ ਆ ਸਕਦਾ। ਸੋ ਇਹ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈਗੀ ਹੈ। ਕੰਮ ਦੀ ਕਮੀ ਪੂਰੇ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗੀ। ਸੋ ਇਹ ਜਿਹੜੇ ਮਿਥ ਹੈਗੇ ਲੋਕਾਂ ਦੇ ਕਿ ਕੰਮ ਮਿਲਦਾ ਜਾਂ ਨਹੀਂ ਮਿਲਦਾ, ਜਾਂ ਕਿੱਧਰ ਜਾਈਏ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ, ਬਹੁਤ ਜ਼ਿਆਦਾ ਜਿਹੜਾ ਮਾੜਾ ਏਰੀਆ ਉਹਦੇ 'ਚ ਕੰਮ ਨਹੀਂ ਹੈਗਾ ਜੀ। ਬਾਕੀ ਓਵਰਆਲ ਆਸਟ੍ਰੇਲੀਆ ਦੇ ਵਿੱਚ ਅਰਨਿੰਗ ਬਹੁਤ ਸੋਹਣੀ ਹੈ ਜੀ। ਬਿਲਕੁਲ। ਤੇ ਜਿਵੇਂ ਤੁਸੀਂ ਪਹਿਲਾਂ ਰੀਜਨਲ ਏਰੀਆਜ਼ ਦੀ ਗੱਲ ਕੀਤੀ ਸੀ, ਸੋ ਕਈ ਵਾਰੀ ਸਟੂਡੈਂਟ ਸੋਚਦੇ ਨੇ ਜਾਂ ਕੁਝ ਕੰਸਲਟੈਂਟਸ ਜਾਂ ਏਜੰਟਸ ਵੀ ਸਟੂਡੈਂਟਸ ਨੂੰ ਇਸ ਤਰੀਕੇ ਨਾਲ ਗਾਈਡ ਕਰਦੇ ਨੇ ਕਿ ਜੇ ਵੀਕ ਪ੍ਰੋਫਾਈਲ ਹੈ, ਤੁਸੀਂ ਰੀਜਨਲ ਏਰੀਆ ਵਿੱਚ ਆਪਣੀ ਫਾਈਲ ਲਗਾ ਦਿਓ, ਚਾਂਸਿਸ ਵੀਜ਼ਾ ਲੱਗਣ ਦੇ ਜ਼ਿਆਦਾ ਵੱਧ ਜਾਂਦੇ ਆ। ਕੀ ਤੁਸੀਂ ਵੀ ਸੁਜੈਸਟ ਕਰਦੇ ਹੋ ਵੀਕ ਪ੍ਰੋਫਾਈਲਸ ਨੂੰ? ਬਿਲਕੁਲ। ਦੇਖੋ ਵੀਕ ਪ੍ਰੋਫਾਈਲ ਹੈ, ਫਸਟ ਆਫ ਆਲ ਲਈ ਚੋਇਸ ਕੋਈ ਰਹਿ ਨਹੀਂ ਜਾਂਦੀ। ਅਗਰ ਰੀਜਨਲ ਦੇ ਵਿੱਚ ਜਾ ਕੇ ਨੂੰ ਵੀਜ਼ਾ ਮਿਲਦਾ ਦੈਨ ਵਾਈ ਨਾਟ। ਤੁਹਾਡੀ ਡੈਸਟੀਨੇਸ਼ਨ ਆਸਟ੍ਰੇਲੀਆ, ਤੁਸੀਂ ਆਸਟ੍ਰੇਲੀਆ ਪਹੁੰਚ ਚੁੱਕੇ ਹੋ, ਇੱਕ ਸਮੈਸਟਰ 4 ਮਹੀਨੇ ਪੜ੍ਹਨ ਦੀ ਦੇਰ ਹੈ ਜੀ। ਉਹ 4 ਮਹੀਨੇ ਪੜ੍ਹ ਕੇ ਤੁਸੀਂ ਸਵਿਚ ਚਾਹੇ ਮੈਲਬਨ 'ਚ ਕਰ ਲਓ, ਚਾਹੇ ਸਿਡਨੀ 'ਚ ਕਰ ਲਓ, ਉਹ 'ਚ ਕੋਈ ਦਿੱਕਤ ਨਹੀਂ ਆਉਂਦੀ। ਸੋ ਉਹ ਬੱਚਾ ਕਰ ਸਕਦਾ। ਟਾਰਗੇਟਿੰਗ ਏਰੀਆ ਰਹਿ ਜਾਂਦਾ ਜੀ, ਕਈ ਵਾਰੀ ਬੱਚਾ ਕਹਿੰਦਾ ਭਾਜੀ ਮੈਲਬਨ ਹੀ ਜਾਣਾ ਹੈ। ਸੋ ਮੈਲਬਨ ਐਕਸਪੈਂਸਿਵ ਵੀ ਹੈ, ਅਗਰ ਵਰਕਿੰਗ ਓਪਰਚੁਨਿਟੀਜ਼ ਹੋਣੀ ਤੁਹਾਡਾ ਖਰਚਾ ਵੀ ਉਨਾ ਹੀ ਹੈ। ਹਾਊਸਿਸ ਦੀ ਵੀ ਗੱਲ ਕਰ ਲਓ, ਕਾਫੀ ਮਹਿੰਗਾ। ਤੁਸੀਂ ਕਮਾ ਜ਼ਰੂਰ ਰਹੇ ਹੋ, ਅਗਰ ਇੰਡੀਆ ਦੀ ਗੱਲ ਕਰ ਲਓਗੇ, ਇੱਥੇ ਅਗਰ ਬੰਦਾ 20,000 ਵੀ ਕਮਾਉਂਦਾ ਉਹਦੇ ਲਈ ਓਕੇ ਆ। ਬੰਬੇ ਦੇ ਵਿੱਚ ਜਾਊਂਗਾ ਤੁਹਾਨੂੰ 20-25,000 ਰੁਪਏ ਦਾ ਘਰ ਮਿਲਣਾ ਰੈਂਟਡ। ਬਿਲਕੁਲ। ਚਾਹੇ ਤੁਸੀਂ ਉੱਥੇ 50,000 ਕਮਾਉਂਦੇ ਹੋ, ਪਰ ਐਵਰੇਜ ਅਗਰ ਦੇਖੀ ਜਾਏ ਫਿਰ ਵੀ ਉੱਥੇ ਹੀ ਆ ਜਾਣੀ ਹੈ। ਰੀਜਨਲ 'ਚ ਖਰਚਾ ਅਗਰ ਘੱਟ ਹੈ, ਕਮਾਈ ਵੀ ਐਵਰੇਜ ਹੈ, ਉਹ ਇਕੁਅਲ ਹੈ। ਏਰੀਆ ਚੇਂਜ ਕਰਦੇ ਹੋ, ਮੈਲਬਨ ਸਿਡਨੀ ਦੇ ਵਿੱਚ ਆ ਜਾਓਗੇ, ਐਕਸਪੈਂਸਿਵ ਵੀ ਹੈ, ਇਨਵੈਸਟ ਵੀ ਤੁਸੀਂ ਕਰ ਦਿੰਦੇ ਹੋ, ਇਨ ਦੀ ਐਂਡ ਰਹਿ ਤੁਸੀਂ ਉੱਥੇ ਜਾਣੇ ਆ। ਸੇਵਿੰਗ ਦੀ ਗੱਲ ਕਰੀਏ ਉਨੀ ਕੁ ਹੀ ਰਹਿ ਜਾਂਦੀ ਜੀ, ਉਹਦੇ 'ਚ ਕੋਈ ਡਿਫਰੈਂਸ ਨਹੀਂ ਆਉਂਦਾ। ਠੀਕ ਹੈ, ਬਿਲਕੁਲ। ਸੋ ਮੈਂ ਜ਼ਰੂਰ ਸਟੂਡੈਂਟਸ ਨੂੰ ਕਹਿਣਾ ਚਾਹੂੰਗੀ ਇਹਨਾਂ ਪੁਆਇੰਟਸ ਤੇ ਤੁਸੀਂ ਜ਼ਰੂਰ ਗੌਰ ਕਰ ਸਕਦੇ ਹੋ। ਹੋਰ ਸਲਾਹ ਚਾਹੁੰਦੇ ਹੋ ਤਾਂ ਜ਼ਰੂਰ ਇਸ ਨੰਬਰ ਤੇ ਕਾਲ ਕਰਕੇ ਓਮ ਗਲੋਬਲ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਗੱਲ ਆਪਾਂ ਥੋੜੀ ਯੂਕੇ ਦੀ ਵੀ ਕਰ ਲੈਂਦੇ ਹਾਂ। ਸੋ ਨਿਊਜ਼ ਜਾਂ ਖਬਰਾਂ ਜਾਂ ਰਿਊਮਰਸ ਅਸੀਂ ਕਹਿ ਲਈਏ, ਐਗਜ਼ੈਕਟ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਕਈ ਤਰ੍ਹਾਂ ਸੁਣਨ ਨੂੰ ਮਿਲਦਾ ਕਿ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਰੂਲਸ ਚੇਂਜ ਹੋ ਸਕਦੇ ਨੇ ਕਿਉਂਕਿ ਉੱਥੇ ਇਲੈਕਸ਼ਨਸ ਨੇ। ਪਰ ਹੁਣ ਅਗਰ ਸਟੂਡੈਂਟਸ ਨੂੰ ਤੁਸੀਂ ਦੱਸਣਾ ਚਾਹੋ, ਕਿਉਂਕਿ ਗੱਲਾਂ ਇਹ ਵੀ ਨੇ ਖਬਰਾਂ ਕਿ ਹੋ ਸਕਦਾ ਸਪਾਊਸ ਵੀਜ਼ਾ ਨੂੰ ਲੈ ਕੇ ਥੋੜਾ ਸਟ੍ਰਿਕਟ ਹੋ ਜਾਏਗਾ ਯੂਕੇ, ਤਾਂ ਕੀ ਕਹਿਣਾ ਚਾਹੋਗੇ ਸਟੂਡੈਂਟਸ ਨੂੰ ਕਿ ਕੀ ਆਪਣਾ ਮਾਈਂਡ ਉਵੇਂ ਬਣਾ ਕੇ ਚੱਲਣ? ਫਿਲਹਾਲ ਸਪਟੰਬਰ ਇਨਟੇਕ ਵਿੱਚ ਇਹਨਾਂ ਰੂਲ ਸਹੀ ਸਭ ਚੱਲਣ ਵਾਲਾ ਹੈ? ਫਿਲਹਾਲ ਦੀ ਗੱਲ ਕਰਦੇ ਹਾਂ ਜੀ, ਰੂਲ ਐਜ਼ ਇਟ ਇਜ਼ ਹੀ ਜਿਹੜੇ ਹੈਗੇ ਆ ਕੰਟੀਨਿਊਸਲੀ ਚੱਲ ਰਹੇ ਆ। ਇੱਕ ਚੀਜ਼ ਹੁੰਦੀ ਹੈ ਜੀ ਅਨਾਊਂਸਡ, ਇੱਕ ਹੁੰਦੀ ਪ੍ਰਪੋਜ਼ਡ, ਦੋ ਚੀਜ਼ਾਂ 'ਚ ਡਿਫਰੈਂਸ ਹੈ ਜੀ। ਸੋ ਅਨਾਊਂਸ ਚੀਜ਼ਾਂ ਦੇ ਵਿੱਚ ਇਹ ਹੈ ਕਿ ਜੋ ਆਫੀਸ਼ੀਅਲੀ ਅਨਾਊਂਸ ਕਰਤਾ, ਅੱਜ ਮੈਂ ਆਹ ਚੀਜ਼ ਅਪਲਾਈ ਕਰਤੀ ਜੀ, ਆਹ ਰੂਲ ਲਾਗੂ ਹੋਣਗੇ, ਉਹ ਹੋ ਗਈ ਫਾਈਨਲ ਚੀਜ਼। ਇੱਕ ਹੁੰਦੀ ਪ੍ਰਪੋਜ਼ਡ, ਯਾਰ ਦੇਖਦੇ ਹਾਂ ਕਿ 6 ਮਹੀਨੇ ਬਾਅਦ ਆਪਾਂ ਇਹ ਬੱਚੇ ਨੂੰ ਵੀਜ਼ਾ ਦਈਏ ਕਿ ਨਾ ਦਈਏ, ਸਪਾਊਸ ਅਲਾਉਡ ਕਰੀਏ ਕਿ ਨਾ ਕਰੀਏ, ਹੈ ਨਾ। ਸੋ ਉਹਤੇ ਡਿਸਕਸ਼ਨ ਹੋਏਗੀ, ਡਿਸਕਸ਼ਨ ਹੋਣ ਤੋਂ ਬਾਅਦ ਉਹ ਪੈਰਾਮੀਟਰ ਦੇ ਉੱਤੇ ਬੈਠਿਆ ਜਾਏਗਾ, ਦੈਨ ਉਹਦਾ ਆਨਸਰ ਜਿਹੜਾ ਫਾਈਨਲ ਅਨਾਊਂਸ ਕੀਤਾ ਜਾਏਗਾ ਕਿ ਇਹ ਚੀਜ਼ ਹੋਣੀ ਹੈ ਨਹੀਂ ਹੋਣੀ। ਪ੍ਰਪੋਜ਼ਡ ਚੀਜ਼ਾਂ ਚਾਹੇ 100 ਹੋ ਜਾਣ ਜੀ, ਉਹਦੇ 'ਤੇ ਅਸੀਂ ਕੰਮ ਨਹੀਂ ਕਰਾਂਗੇ, ਅਸੀਂ ਉਹਦੇ 'ਤੇ ਧਿਆਨ ਨਾ ਦਈਏ। ਜੋ ਚੀਜ਼ ਰੂਟੀਨ 'ਚ ਚੱਲ ਰਹੀ ਅਸੀਂ ਉਹਦੇ 'ਚ ਧਿਆਨ ਦਈਏ। ਜਦੋਂ ਰੂਲ ਅਪਡੇਸ਼ਨ ਆਏਗੀ ਇੱਦਾਂ ਦੀ ਤਾਂ ਜ਼ਰੂਰ ਕਰਾਂਗੇ। ਫਿਲਹਾਲ ਦੀ ਘੜੀ ਕੋਈ ਇੱਦਾਂ ਦੀ ਅਪਡੇਸ਼ਨ ਨਹੀਂ ਹੈਗੀ। ਸਾਰੇ ਐਪਲੀਕੈਂਟ ਸਤੰਬਰ ਇਨਟੇਕ ਦੇ ਲਈ ਐਪਲੀਕੇਸ਼ਨ ਨੂੰ ਕਰ ਸਕਦੇ ਹੋ ਜੀ। ਸਪਾਊਸ ਵੀ ਨਾਲ ਜਾਏਗਾ ਤੇ ਸਪਾਊਸ ਨੂੰ ਵਰਕ ਪਰਮਿਟ ਵੀ ਮਿਲੇਗਾ, ਕੋਈ ਦਿੱਕਤ ਨਹੀਂ। ਯੂਕੇ 'ਚ ਝਿਜਕ ਤੁਸੀਂ ਐਪਲੀਕੇਸ਼ਨ ਨੂੰ ਆਪਣੀ ਪ੍ਰੋਸੈਸ ਕਰ ਸਕਦੇ ਹੋ। ਜੀ ਬਿਲਕੁਲ, ਕਿਉਂਕਿ ਅਸੀਂ ਵੀ ਸ਼ੋਅ ਦੇ ਜ਼ਰੀਏ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਵੈਸੇ ਵੀ ਸਿਰਫ ਗੱਲ ਯੂਕੇ ਦੀ ਨਹੀਂ, ਆਸਟ੍ਰੇਲੀਆ ਜਾਂ ਕੈਨੇਡਾ ਨੂੰ ਲੈ ਕੇ ਵੀ ਅਗਰ ਤੁਹਾਨੂੰ ਕਈ ਤਰ੍ਹਾਂ ਦੇ ਰਿਊਮਰ ਸੁਣਨ ਨੂੰ ਮਿਲਣ ਤਾਂ ਤੁਸੀਂ ਜ਼ਰੂਰ ਉਸ ਕੰਟਰੀ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਜ਼ਰੂਰ ਚੈੱਕ ਕਰ ਲਿਆ ਕਰੋ, ਕਿਉਂਕਿ ਜਦ ਤੱਕ ਆਫੀਸ਼ੀਅਲੀ ਕੁਝ ਅਨਾਉਂਸ ਨਹੀਂ ਹੁੰਦਾ ਉਦੋਂ ਤੱਕ ਰੂਲਸ ਚੇਂਜ ਹੋਣ ਦੀ ਗੱਲ ਹੋ ਹੀ ਨਹੀਂ ਸਕਦੀ। ਸੋ ਵਧੇਰੇ ਜਾਣਕਾਰੀ ਲਈ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਉਣ ਲਈ ਤੁਸੀਂ ਓਮ ਗਲੋਬਲ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਸਕਰੋਲ ਦੇ ਵਿੱਚ ਜੋ ਹੈ ਡਿਟੇਲ ਪੂਰੀ ਅਸੀਂ ਰੱਖੀ ਹੋਈ ਹੈ ਤਾਂ ਕਿ ਤੁਹਾਨੂੰ ਜਿੱਥੇ ਨੇੜੇ ਲੱਗਦਾ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਕਰਾਓ ਔਰ ਰਾਈਟ ਆਪਸ਼ਨਸ ਦੇ ਨਾਲ ਤੁਸੀਂ ਅੱਗੇ ਵਧੋ। ਸੋ ਰਿਫਿਊਜ਼ਲ ਕੇਸਿਸ ਦੀ ਵੀ ਗੱਲ ਕਰ ਲੈਂਦੇ ਆਪਾਂ, ਫਰੈਸ਼ ਪ੍ਰੋਫਾਈਲਸ ਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ, ਪਰ ਰਿਫਿਊਜ਼ਡ ਕੇਸਿਸ ਜਿਹੜੇ 1 ਵਾਰ 2 ਵਾਰ 3 ਵਾਰੀ ਰਿਫਿਊਜ਼ ਹੋ ਚੁੱਕੇ ਹੁੰਦੇ ਨੇ, ਉਹਨਾਂ ਲਈ ਅਗਰ ਆਪਾਂ ਆਪਸ਼ਨਸ ਦੀ ਕੰਟਰੀ ਵਾਈਜ਼ ਆਪਸ਼ਨਸ ਦੀ ਗੱਲ ਕਰੀਏ ਤਾਂ ਕੀ ਤੁਸੀਂ ਸੁਜੈਸਟ ਕਰਦੇ ਹੋ ਕਿ ਆਸਟ੍ਰੇਲੀਆ ਵਿੱਚ ਕੋਈ ਚਾਂਸ ਹੁੰਦਾ ਹੈ? ਅਗਰ ਚਾਂਸ ਹੈ ਰੀਅਪਲਾਈ ਕਰਨ ਦਾ ਤਾਂ ਕਿਹੜੀ ਪ੍ਰੋਫਾਈਲਸ ਲਈ ਚਾਂਸ ਹੈ? ਰਿਫਿਊਜ਼ਲ ਕੇਸ ਐਪਲੀਕੇਸ਼ਨ ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਰੀਲੌਜ ਕਰਨਾ ਚਾਹੁੰਦੇ ਹੋ, ਫਸਟ ਆਫ ਆਲ ਇਹ ਬੜੀ ਜ਼ਿਆਦਾ ਚੈਲੰਜਿੰਗ ਚੀਜ਼ ਹੈ ਜੀ। ਰੀਲੌਜ ਐਪਲੀਕੇਸ਼ਨਸ ਆਸਟ੍ਰੇਲੀਆ 'ਚ ਨਹੀਂ ਹੁੰਦੀਆਂ ਬੜੇ ਲਿਮਿਟਡ ਜੇ ਤਰੀਕੇ ਦੇ ਨਾਲ। ਸਰਕਮਸਟੈਂਸਿਸ 'ਚ ਜਦ ਤੱਕ ਚੇਂਜਸ ਨਹੀਂ ਆਣਗੇ ਰੀਲੌਜ ਐਪਲੀਕੇਸ਼ਨ ਨਹੀਂ ਹੋਏਗੀ। ਐਗਜ਼ਾਮਪਲ, ਆਫੀਸਰ ਕਹਿੰਦਾ ਤੁਸੀਂ ਜਿਹੜੇ ਡਾਕੂਮੈਂਟੇਸ਼ਨ ਮੈਨੂੰ ਸਬਮਿਟ ਕੀਤੇ ਮੈਨੂੰ ਲੱਗਦਾ ਨਹੀਂ ਹੈਗਾ ਆਥੈਂਟੀਕੇਟ ਹੈਗੇ ਆ, ਜਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਚੰਗੀ ਇਨਕਮ ਹੈਗੀ ਹੈ। ਦੋ ਚੀਜ਼ਾਂ, ਮੈਂ ਐਜ਼ ਅ ਸਟੂਡੈਂਟ ਆ, ਮੇਰੇ ਏਜੰਟ ਨੇ ਫਾਈਲ ਕੀਤੀ, ਅਸੀਂ 5 ਪਰਿਵਾਰਕ ਮੈਂਬਰ ਆ, 4 ਵਿੱਚੋਂ ਕਮਾਉਂਦੇ ਆ, 2 ਦੇ ਇਨਕਮ ਪ੍ਰੂਫ ਲਗਾਤੇ। ਆਫੀਸਰ ਕਹਿੰਦਾ ਕਿ ਇਨਕਮ ਤੁਹਾਡੀ ਘੱਟ ਹੈ, ਉਹਦੇ ਬੇਸ ਤੇ ਮੈਂ ਤੁਹਾਡੀ ਐਪਲੀਕੇਸ਼ਨ ਨੂੰ ਗ੍ਰਾਂਟ ਨਹੀਂ ਕਰਦਾ, ਜੋ ਕਿ ਏਜੰਟ ਨੇ ਨਹੀਂ ਦਿਖਾਇਆ। ਸੋ ਰੈਸਟ 2 ਅਗਰ ਮੈਂ ਦਿਖਾ ਸਕਦਾ, ਮੈਂ ਇਹ ਚੀਜ਼ ਨੂੰ ਪ੍ਰੂਵ ਕਰ ਸਕਦਾ ਜੀ ਮੇਰੇ ਏਜੰਟ ਨੇ 2 ਇਨਕਮ ਦਿਖਾਏ ਆ, 2 ਸੋਰਸਿਸ ਦਿੱਤੇ ਆ, ਸੋ ਸਾਡੇ ਕੋਲ 4 ਹੈ।
ਅਗਰ ਤੁਹਾਨੂੰ ਇਹ ਚੀਜ਼ ਲੱਗਦਾ ਕਿ ਸਾਡੀ ਇਨਕਮ ਘੱਟ ਹੈ, ਮੈਂ 4 ਦਿਖਾਣਾ ਜੀ, ਇਸ ਬਿਹਾਵ ਤੇ ਉਹ 'ਚੋਂ ਵੀਜ਼ਾ ਮਿਲੇਗਾ। ਸੋ ਅਗਰ ਤੁਹਾਡੇ ਕੁਐਸਚਨ ਦਾ ਤੁਹਾਡੇ ਕੋਲ ਆਨਸਰ ਹੈਗਾ, ਆਫੀਸਰ ਅਗਰ ਕਿਸੇ ਚੀਜ਼ ਤੋਂ ਨਹੀਂ ਸੈਟੀਸਫਾਈ ਹੈਗਾ, ਤੁਹਾਡੇ ਕੋਲ ਉਹਦਾ ਆਨਸਰ ਹੈ, ਤੁਸੀਂ ਉਦੋਂ ਰੀਲੌਜ ਕਰ ਸਕਦੇ ਹੋ। ਉਹ ਚਾਂਸਸ ਜਿਹੜੇ ਆ ਹੁੰਦੇ ਆ ਵੀਜ਼ਾ ਗ੍ਰਾਂਟ ਹੋਣ ਦੇ, ਅਦਰਵਾਈਜ਼ ਆਸਟ੍ਰੇਲੀਆ ਰੀਲੌਜ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ। ਠੀਕ ਹੈ, ਬਾਕੀ ਕੰਟਰੀਜ਼ ਦੀ ਵੀ ਗੱਲ ਕਰ ਲਈਏ। ਬਾਕੀ ਕੰਟਰੀਜ਼ ਦੇ ਵਿੱਚ ਵੀ ਇਹ ਚੀਜ਼ ਅੱਗੇ ਜੀ, ਅਗਰ ਤਾਂ ਚੇਂਜ ਆਫ ਸਰਕਮਸਟੈਂਸਿਸ ਹੈ, ਹਾਲਾਤਾਂ 'ਚ ਤਬਦੀਲੀ ਹੈ, ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ। ਅਗਰ ਕਿਸੇ ਪ੍ਰੀਵੀਅਸ ਚੀਜ਼ ਦੇ ਵਿੱਚ ਗਲਤੀ ਹੁੰਦੀ ਹੈ, ਉਹਨੂੰ ਚੇਂਜ ਕਰਨਾ, ਤੁਸੀਂ ਬਿਲਕੁਲ ਹੀ ਐਪਲੀਕੇਸ਼ਨ ਕਰ ਸਕਦੇ ਹੋ। ਕੋਰਸ ਰੈਲੀਵੈਂਟ ਨਹੀਂ ਹੈਗਾ, ਅਗਰ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ, ਕੋਰਸ ਰੈਲੀਵੈਂਸੀ ਨਹੀਂ ਬਣੀ, ਰੈਲੀਵੈਂਟ ਲੈ ਕੇ ਜਾਣਾ ਚਾਹੁੰਦੇ ਹੋ, ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹੋ। ਤੁਹਾਡੇ ਬੈਂਡ ਸਕੋਰ ਘੱਟ ਸੀਗੇ, ਦੁਬਾਰਾ ਅਪਡੇਟ ਕਰ ਲਿਆ, ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ। ਦੈਟ ਮੀਨਸ ਉਹ ਹਾਲਾਤਾਂ 'ਚ ਤਬਦੀਲੀ ਹੈਗੀ ਹੈ। ਮੈਂ ਰਿਫਿਊਜ਼ ਹੋਇਆ ਸੀਗਾ, +2 ਪਾਸ ਕੀਤੀ ਸੀਗੀ ਜੀ 2018 'ਚ ਜਾਂ 19 'ਚ। ਅੱਜ ਮੈਂ ਬੈਚਲਰ ਡਿਗਰੀ ਕਰ ਲਈ ਹੈ ਜੀ, ਹਾਲਾਤਾਂ 'ਚ ਤਬਦੀਲੀ ਹੈਗੀ, ਮੈਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦਾ। ਮੈਂ ਸਿੰਗਲ ਅਪਲਾਈ ਕੀਤਾ ਸੀ, ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਅੱਜ ਮੇਰੀ ਸਪਾਊਸ ਨੇ ਐਪਲੀਕੇਸ਼ਨ ਕੀਤੀ, ਉਹ ਗ੍ਰੈਜੂਏਟ ਹੈ, ਮੈਂ ਉਹਦੇ ਨਾਲ ਸਪਾਊਸ ਤੇ ਜਾਣਾ ਚਾਹੁੰਦਾ, ਹਾਲਾਤਾਂ 'ਚ ਤਬਦੀਲੀ ਐਪਲੀਕੇਸ਼ਨ ਕਰ ਸਕਦੇ ਜੀ, ਉਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ। ਕਿਤੇ ਨਾ ਕਿਤੇ ਆਪਾਂ ਕਮੀਆਂ ਵੀ ਦਿਖਾਉਂਦੇ ਆ ਜੀ, ਕਮੀ ਰਹਿ ਜਾਂਦੀ ਹੈ, ਵੀਜ਼ਾ ਰਿਫਿਊਜ਼ ਹੋ ਜਾਂਦਾ। ਅਗਰ ਤੁਹਾਡੇ ਕੋਲ ਉਸ ਚੀਜ਼ ਦਾ ਹੱਲ ਹੈ, ਉਸ ਚੀਜ਼ ਦਾ ਜਵਾਬ ਹੈ, ਫਿਰ ਰੀਲੌਜ ਕਰੋ ਜੀ, ਵੀਜ਼ਾ ਮਿਲਦਾ, ਉਹਦੇ 'ਚ ਕੋਈ ਏਡੀ ਵੱਡੀ ਦਿੱਕਤ ਆਉਂਦੀ ਨਹੀਂ ਹੈ। ਸੋ ਰੀਲੌਜ ਐਪਲੀਕੇਸ਼ਨ ਦੇ ਵਿੱਚ ਵੀ ਵੀਜ਼ੇ ਲਏ ਜਾ ਸਕਦੇ, ਬਸ ਥੋੜੀ ਜਿਹੀ ਤੇ ਮਿਹਨਤ ਦੀ ਲੋੜ ਹੈ, ਥੋੜਾ ਜਿਹਾ ਦਿਮਾਗ ਲਗਾਉਣ ਦੀ ਲੋੜ ਹੈ, ਥੋੜੇ ਜਿਹੇ ਐਕਸਪੀਰੀਅੰਸ ਦੀ ਲੋੜ ਹੈ, ਜਿਹਦੇ ਕਰਕੇ ਹੋਮ ਗਲੋਬਲ ਦੇ ਵੀਜ਼ਾਸ ਗ੍ਰਾਂਟ ਹੁੰਦੇ ਆ ਜੀ। ਬਿਲਕੁਲ। ਤੇ ਮੈਂ ਦੇਖੋ ਆਪਾਂ ਕਈ ਵਾਰੀ ਦੇਖਦੇ ਹਾਂ ਬਹੁਤ ਚੰਗੀਆਂ ਪ੍ਰੋਫਾਈਲਸ ਹੁੰਦੀਆਂ ਨੇ, ਸਟੂਡੈਂਟਸ ਦੇ ਅਕੈਡਮਿਕ ਵੀ ਅੱਛਾ ਹੁੰਦਾ, ਆਇਲ ਸਕੋਰ ਵੀ ਅੱਛਾ ਹੁੰਦਾ, ਲੇਕਿਨ ਉਹ ਪੈਕੇਜ ਕਰ ਲੈਂਦੇ ਨੇ ਤਾਂ ਉਹਨਾਂ ਦੀ ਰਿਫਿਊਜ਼ਲ ਆ ਜਾਂਦੀ ਹੈ। ਸੋ ਇਹੋ ਜਿਹੇ ਸਟੂਡੈਂਟਸ ਨੂੰ, ਜਾਂ ਜੋ ਆਪਾਂ ਪੈਕੇਜ ਕਰਦੇ ਨੇ ਜਿੰਨੇ ਵੀ ਸਟੂਡੈਂਟਸ, ਉਹਨਾਂ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ? ਸਹੀ ਪ੍ਰੋਸੈਸ ਅਗਰ ਕੀ ਮੰਨਿਆ ਜਾਏ, ਅਗਰ ਪੈਕੇਜ ਦੇ ਨਾਲ ਹੀ ਸਟੂਡੈਂਟ ਅਪਲਾਈ ਕਰਨਾ ਚਾਹੁੰਦਾ? ਦੇਖੋ, ਪੈਕੇਜ ਹੋਣਾ ਨਾ ਹੋਣਾ ਇਹ ਵੀਜ਼ਾ ਤੇ ਇਫੈਕਟ ਨਹੀਂ ਕਰਦਾ। ਐਗਜ਼ਾਮਪਲ 2 ਐਪਲੀਕੇਸ਼ਨਸ ਆ, ਮੈਂ ਪੈਕੇਜ ਦੇ ਉੱਤੇ ਆ, ਤੁਸੀਂ ਨਾਨ ਪੈਕੇਜ ਦੇ ਉੱਪਰ ਹੋ, ਠੀਕ ਹੈ। ਸੇਮ ਐਜੂਕੇਸ਼ਨ, ਸੇਮ ਬੈਂਡ ਸਕੋਰ, ਸੇਮ ਕਾਲਜ ਜਾਂ ਯੂਨੀਵਰਸਿਟੀ ਆਪਣੀ ਹੈ, ਐਜੂਕੇਸ਼ਨ ਵੀ ਸੇਮ ਹੈ, ਠੀਕ ਹੈ। ਸੋ ਬੀਟੈਕ ਕੀਤੀ ਆਪਾਂ ਮਕੈਨੀਕਲ 'ਚ, IBM ਪ੍ਰੋਗਰਾਮ ਤੁਸੀਂ ਲੈ ਲਿਆ, ਪੈਕੇਜ ਨਹੀਂ ਕੀਤਾ, ਉਹ ਐਪਲੀਕੇਸ਼ਨ ਪ੍ਰੋਸੈਸ ਕਰੋਗੇ, ਵੀਜ਼ਾ ਰਿਫਿਊਜ਼ ਹੋ ਜਾਏਗਾ, ਕੋਰਸ ਦੀ ਰਿਲੇਵੈਂਸੀ ਨਹੀਂ ਹੈ। ਮੈਂ ਪੈਕੇਜ ਕਰ ਲਿਆ, ਬੀਟੈਕ ਮਕੈਨੀਕਲ ਦੀ ਹੈ, ਮਕੈਨੀਕਲ ਦਾ ਫਰਦਰ ਮੈਂ ਪ੍ਰੋਗਰਾਮ ਲੈ ਕੇ ਜਾਣਾ, ਪ੍ਰੋਗਰੈਸ਼ਨ ਵੀ ਹੋਗੀ ਮੇਰੀ, ਠੀਕ ਹੈ। ਜਾਂ ਅਗਰ ਐਗਜ਼ਾਮਪਲ ਮੈਂ ਮਾਸਟਰਸ ਵੀ ਲੈ ਕੇ ਜਾਣਾ, ਠੀਕ ਹੈ, ਪ੍ਰੋਗਰੈਸ਼ਨ ਵੀ ਹੋਗੀ, ਕੋਰਸ ਰਿਲੇਵੈਂਟ ਵੀ ਹੋ ਗਿਆ, ਮੈਨੂੰ ਉਹਦੇ 'ਚ ਵੀਜ਼ਾ ਗ੍ਰਾਂਟ ਹੋ ਜਾਏਗਾ। ਸੋ ਉਹ ਮੈਟਰ ਨਹੀਂ ਕਰਦਾ ਉਹ ਪੈਕੇਜ ਹੈ ਜਾਂ ਨਹੀਂ ਹੈ, ਚਾਹੇ ਪੈਕੇਜ ਹੈ ਜਾਂ ਨਹੀਂ ਹੈ, ਐਪਲੀਕੇਸ਼ਨ ਦੀ ਜੋ ਰਿਕੁਆਇਰਮੈਂਟ ਹੈ ਉਹਦੇ ਤਹਿਤ ਤੁਸੀਂ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾਂ ਨਹੀਂ ਕੀਤਾ, ਵਿੱਚ ਆਹ ਗੱਲ ਮੇਜਰ ਜਿਹੜੀ ਰਹੀ ਹੈ, ਵੀਜ਼ਾ ਲੱਗਣ 'ਚ ਤਾਂ ਰਿਫਿਊਜ਼ ਹੋਣ 'ਚ ਇੰਨਾ ਕੁ ਫਰਕ ਹੈ ਜੀ, ਹੋਰ ਕੋਈ ਫਰਕ ਨਹੀਂ ਗਾ। ਠੀਕ ਹੈ, ਬਿਲਕੁਲ। ਤੇ ਕੀ ਹੋਮ ਗਲੋਬਲ ਵੱਲੋਂ ਵੀ ਇਹ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਫੀਸ ਆਫਟਰ ਵੀਜ਼ਾ ਦੀਆਂ? ਬਿਲਕੁਲ ਆਪਸ਼ਨਸ ਅਵੇਲੇਬਲ ਹੈ ਜੀ। ਅੱਜ ਕੱਲ੍ਹ ਦੇ ਟਾਈਮ ਤੋਂ ਦੇਖਿਆ ਜਾਂਦਾ ਜੀ, ਕੈਨੇਡਾ ਦੇ ਪੈਕੇਜਸ ਦੀ ਗੱਲ ਕਰੀਏ, ਕੋਈ 15 ਲੱਖ ਲੈਂਦਾ ਜੀ, ਕੋਈ 18 ਲੱਖ ਲੈਂਦਾ ਹੈ। ਹੋਮ ਗਲੋਬਲ ਤੋਂ ਵੀਜ਼ਾ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, 1 ਸਾਲ ਦੀ ਫੀਸ 7 ਲੱਖ ਦੇ ਕੇ ਤੁਸੀਂ ਕੈਨੇਡੀਅਨ ਵੀਜ਼ਾ ਹਾਸਲ ਕਰ ਸਕਦੇ ਹੋ, ਤੇ ਫੀਸ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ, ਠੀਕ ਹੈ ਜੀ। ਸੋ ਉਹਨਾਂ 'ਚ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹੋ। ਅੱਜ ਦੀ ਡੇਟ 'ਚ UK ਦੇ ਵਿੱਚ ਬੱਚਾ ਅਪਲਾਈ ਕਰਨਾ ਚਾਹੁੰਦਾ, UK 'ਚ ਵੀ ਆਪਾਂ ਪੈਕੇਜ ਕਰ ਸਕਦੇ ਹਾਂ। ਸੋ ਕੋਈ ਦਿੱਕਤ ਨਹੀਂ ਆਉਂਦੀ ਜੀ ਇਹਦੇ ਵਿੱਚ। ਜੀ, ਮੈਂ ਇੱਕ ਹੋਰ ਚੀਜ਼ ਕਲੀਅਰ ਕਰਨਾ ਚਾਹ ਰਹੀ ਸੀ ਕਿ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਜਿੱਥੇ ਪੈਕੇਜ ਕਰ ਲਿਆ ਜਾਂਦਾ, ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਮੇਰਾ ਕੋਰਸ ਕੀ ਹੈ, ਮੈਂ ਕਿੱਥੇ ਅਪਲਾਈ ਕੀਤਾ ਹੈ, ਤੇ ਇਸ ਨੂੰ ਲੈ ਕੇ ਹੋਮ ਗਲੋਬਲ ਵੱਲੋਂ ਕਿੰਨੀ ਕੁ ਟਰਾਂਸਪੇਰੈਂਸੀ ਰੱਖੀ ਜਾਂਦੀ ਹੈ? ਸਟੂਡੈਂਟ ਕਿੰਨਾ ਅਵੇਅਰ ਹੁੰਦਾ ਹੈ ਕਿ ਉਹਦੀ ਫਾਈਲ ਤੇ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੈ? ਦੇਖੋ ਜੀ, ਇਹ ਬਿਗਨਿੰਗ ਦੇ ਵਿੱਚ ਹੀ ਜਿਹੜੀ ਚੀਜ਼ ਕਲੀਅਰ ਹੋ ਜਾਏ ਤਾਂ ਜ਼ਿਆਦਾ ਵਧੀਆ। ਸੋ ਜਦੋਂ ਬੱਚਾ ਅਪਲਾਈ ਕਰਨ ਲਈ ਆਉਂਦਾ, ਉਹਨੂੰ ਦੱਸਿਆ ਜਾਂਦਾ ਕਿ ਤੇਰਾ ਆਹ ਕੋਰਸ ਰਹੇਗਾ, ਉਹਨੂੰ ਆਪਸ਼ਨਸ ਦਿੱਤੀਆਂ ਜਾਂਦੀਆਂ, ਪਹਿਲੇ ਆਹ ਕੋਰਸ 'ਚ ਅਪਲਾਈ ਕਰਾਂਗੇ, ਇਸ ਕਾਲਜ 'ਚ ਕਰਾਂਗੇ, ਇਸ ਲੋਕੇਸ਼ਨ ਦੇ ਵਿੱਚ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਂਗੇ, ਇਹਦੇ ਅਕੋਰਡਿੰਗਲੀ ਮੈਨੂੰ ਆਹ ਡਾਕੂਮੈਂਟੇਸ਼ਨ ਚਾਹੀਦੀ ਹੈ। ਡਾਕੂਮੈਂਟੇਸ਼ਨ ਆਲਮੋਸਟ ਬੱਚਾ ਹੀ ਦਿੰਦਾ ਹੈ। ਜਦੋਂ ਡਾਕੂਮੈਂਟੇਸ਼ਨ ਸਾਰੇ ਬੱਚੇ ਦੇ ਲੱਗਣੇ, ਦੈਟ ਮੀਨਸ ਆਲਮੋਸਟ ਟਰਾਂਸਪੇਰੈਂਸੀ ਹੈ। ਕਈ ਵਾਰੀ ਕੀ ਹੁੰਦਾ, ਬੱਚੇ ਦਾ ਪੈਕੇਜ ਹੋ ਜਾਂਦਾ, ਏਜੰਟ ਕਹਿੰਦਾ ਕਿ ਵਿਦਆਊਟ ਆਇਲਸ ਮੇਰੇ ਕੋ ਆ ਜਾਓ। ਅੱਜ ਮੈਂ ਐਡ ਕਰਦੀ ਵਿਦਆਊਟ ਆਇਲਸ ਮੈਂ ਕੈਨੇਡਾ ਵੀਜ਼ਾ ਲਵਾ ਕੇ ਦਊਂਗਾ, 10ਵੀਂ ਪੜ੍ਹਿਓ ਮੈਂ ਕੈਨੇਡਾ ਵੀਜ਼ਾ ਲਵਾ ਕੇ ਦਊਂਗਾ। ਕਿੱਦਾਂ ਲਵਾ ਕੇ ਦਊਂਗਾ? 10ਵੀਂ 12ਵੀਂ ਬਣਵਾਤੀ, ਜ਼ਿਆਦਾ ਗੈਪ ਗ੍ਰੈਜੂਏਸ਼ਨ ਬਣਾਤੀ, ਨਾਲ ਆਇਲਸ ਬਣਵਾ ਕੇ ਲਵਾਤੀ, ਉਹਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਕੀਤੀ, ਵੀਜ਼ਾ ਰਿਫਿਊਜ਼ ਹੋ ਗਿਆ। ਹੋਮ ਗਲੋਬਲ ਉਹਨਾਂ ਦੇ ਵਿੱਚ ਕੰਮ ਨਹੀਂ ਕਰ ਸਕਦਾ, ਜਿੱਥੇ ਸਾਰੇ ਡਾਕੂਮੈਂਟੇਸ਼ਨ ਹੀ ਸਟੂਡੈਂਟ ਦੇ ਆ, ਸਟੂਡੈਂਟ ਨੂੰ ਪਤਾ ਹੈ ਜੀ ਮੇਰੇ ਆਹ ਕਾਗਜ਼ ਆ ਲੱਗੇ ਆ। ਸੋ ਆਲਮੋਸਟ ਟਰਾਂਸਪੇਰੈਂਟ ਕੰਮ ਹੁੰਦਾ ਜੀ। ਬਿਲਕੁਲ। ਸੋ ਅਸੀਂ ਆਪਣੇ ਸ਼ੋਅ ਦੇ ਜ਼ਰੀਏ ਵੀ ਹਮੇਸ਼ਾ ਹੀ ਮੈਸੇਜ ਸਾਰੇ ਸਟੂਡੈਂਟਸ ਨੂੰ ਦਿੰਦੇ ਆ ਕਿ ਜੈਨੂਇਨ ਵੇ ਦੇ ਨਾਲ, ਜੈਨੂਇਨ ਡਾਕੂਮੈਂਟਸ ਦੇ ਨਾਲ ਹੀ ਅਪਲਾਈ ਕਰਿਆ ਕਰੋ। ਫੇਕ ਡਾਕੂਮੈਂਟੇਸ਼ਨ ਦੇ ਚੱਕਰ ਵਿੱਚ ਵਧੋਗੇ ਤਾਂ ਕੱਲ ਨੂੰ ਤੁਹਾਡੀ ਪ੍ਰੋਫਾਈਲ ਤੇ ਬੈਨ ਵੀ ਲੱਗ ਸਕਦਾ ਹੈ, ਕਿਤੇ ਵੀ ਅਪਲਾਈ ਨਹੀਂ ਤੁਸੀਂ ਕਰ ਸਕੋਗੇ। ਸੋ ਛੋਟਾ ਜਿਹਾ ਮੈਸੇਜ ਉਹਨਾਂ ਸਟੂਡੈਂਟਸ ਲਈ ਜਿਹੜੇ ਹੁਣ +2 ਦੇ ਫਰੈਸ਼ ਪਾਸ ਆਊਟ ਸਟੂਡੈਂਟ ਹੈ, ਹੁਣ ਰਿਜ਼ਲਟ ਆਉਣ ਵਾਲੇ ਉਹਨਾਂ ਦੇ, ਕਿਵੇਂ ਅਪਲਾਈ ਕਰਨ, ਕਿਹੜੀ ਗੱਲਾਂ ਦਾ ਧਿਆਨ ਰੱਖਣ? ਦੇਖੋ ਜੀ, ਰਿਜ਼ਲਟ ਆਉਣ ਵਾਲਾ ਜਿਨ੍ਹਾਂ ਦਾ, ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦਊਂਗਾ ਸਾਰਿਆਂ ਨੂੰ। ਦੈਨ ਅਗਰ ਆਪਣਾ ਤੁਸੀਂ ਕੋਈ ਵੀ ਪ੍ਰੋਫੀਸ਼ੈਂਸੀ ਟੈਸਟ ਦੇਣਾ ਚਾਹੁੰਦੇ ਹੋ, ਚਾਹੇ ਉਹ ਆਇਲਸ ਹੈ, ਚਾਹੇ ਉਹ PT ਹੈ, ਉਹ 'ਤੇ ਦੱਬ ਕੇ ਮਿਹਨਤ ਕਰੋ ਜੀ ਕਿ ਸਕੋਰ ਚੰਗਾ ਆ ਜਾਏ ਤੇ ਆਪਾਂ ਫਸਟ ਅਟੈਂਪਟ ਦੇ ਵਿੱਚ ਹੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੀਏ। ਅਗਰ ਤਾਂ ਕੋਈ ਕੈਨੇਡਾ ਜਾਣਾ ਚਾਹੁੰਦਾ, 6 ਈਚ ਐਪਲੀਕੇਸ਼ਨਸ ਹੈਗੀ ਉਹ ਕੈਨੇਡਾ ਲਈ ਕਰ ਸਕਦੇ ਹੋ।
+2 ਵਾਲਾ ਬੱਚੇ ਦੀ ਗੱਲ ਕਰਦੇ ਆ, 1 ਜਾਂ 2 ਮੋਡਿਊਲ ਦੇ ਵਿੱਚ 5.5 ਬੈਂਡ ਆ UK ਕਰ ਸਕਦੇ ਹੋ, 6 ਈਚ ਹੈਗੇ, ਆਸਟ੍ਰੇਲੀਆ ਵੀ ਜਾ ਸਕਦੇ ਹੋ, ਇੱਕ 'ਚ 5.5 ਦੈਨ ਆਸਟ੍ਰੇਲੀਆ ਵੀ ਕਰ ਸਕਦੇ ਆ। ਸੋ ਸਕੋਰ ਦੇ ਉੱਤੇ ਗੱਲ ਆ ਜਾਂਦੀ ਹੈ ਜੀ, ਜਦੋਂ ਸਕੋਰ ਤੁਹਾਡਾ ਚੰਗਾ ਤੁਹਾਡੇ ਲਈ ਆਪਸ਼ਨਸ ਵੱਧ ਜਾਣਗੀਆਂ, ਅਗਰ ਸਕੋਰ ਘੱਟ ਹੈ ਦੈਨ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਣਗੀਆਂ। ਸੋ ਜਿੰਨੇ ਵੀ ਵਿਦਿਆਰਥੀ ਹੈ ਬੜੀ ਮਿਹਨਤ ਕੀਤੀ ਉਹਨਾਂ ਨੇ 12th ਦਾ ਰਿਜ਼ਲਟ ਲੈਣ ਦੇ ਲਈ, ਸੋ ਸਾਰੀ ਤੁਹਾਡੀ ਮਿਹਨਤ ਜਿਹੜੀ ਹੈ ਹੁਣ ਆਖਰੀ ਦੌਰ ਦੇ ਉੱਤੇ ਆ ਗਈ ਜੀ। ਆਪਣਾ ਪ੍ਰੋਫੀਸ਼ੈਂਸੀ ਟੈਸਟ ਜਿਹੜਾ ਮਨ ਲਗਾ ਕੇ ਕਰੋ ਜੀ, ਰਿਜ਼ਲਟ ਚੰਗਾ ਆਏ ਤਾਂ ਜਿਹਦੇ ਕਰਕੇ ਆਪਾਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਕੇ ਤੁਹਾਡੇ ਵੀਜ਼ੇ ਇਸ 2023 ਸਾਲ ਦੇ ਵਿੱਚ ਲੈ ਕੇ ਆ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕਾਫੀ ਡਿਟੇਲ ਵਿੱਚ ਖਾਸ ਗੱਲਾਂ ਜੋ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀਆਂ ਨੇ। ਸੋ ਅੱਗੋਂ ਵੀ ਆਪਣੇ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਸਹੀ ਜਾਣਕਾਰੀ ਔਰ ਅਪਡੇਟ ਸਾਂਝੇ ਕਰਦੇ ਰਵਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ। ਧੰਨਵਾਦ।